नहीं लेखक ਨੂੰ ਕੋਈ ਬੜਾ ਤਰਸ ਦਾ ਪਾਤਰ ਬਣਨ ਦੀ ਲੋੜ ਨਹੀਂ ਕਿ ਉਹਦੀ ਕੋਈ ਬਾਂਹ ਫੜੇ, ਕਿਉਂ ਬਾਂਹ ਫੜੇ। ਹਾਂਜੀ, ਜਿਹਨੂੰ ਅਸੀਂ ਸਾਰੇ ਜਾਣਦੇ ਹਾਂ 1984 ਉਹਦੇ ਐਨ ਸੈਂਟਰ 'ਚ ਆਉਂਦਾ। ਅਤੇ ਉਦੋਂ ਫਿਰ ਇਹ ਸਵਾਲ ਬਣ ਗਿਆ ਸੀ ਭਈ ਇਹ ਧਰਮ ਬੰਦੇ ਦੇ ਕਾਹਦੇ ਲਈ ਹੁੰਦਾ ਅਤੇ ਬੰਦਾ ਇਹਦਾ ਕਰਦਾ ਕੀ ਆ। ਸਾਹਿਤਕਾਰ ਥੋੜ੍ਹਾ ਆਪਣੇ ਮੈਂ ਪ੍ਰਤੀ ਜ਼ਿਆਦਾ ਸੁਚੇਤ ਹੁੰਦਾ ਉਹ, ਕਿਉਂਕਿ ਉਹਦੀ ਇੱਕ ਆਈਡੈਂਟੀਟੀ ਇੱਕ ਬਣ ਜਾਂਦੀ ਆ ਅਤੇ ਉਸ ਆਈਡੈਂਟੀਟੀ ਨੂੰ ਜਦੋਂ ਕਿਤੇ ਚੈਲੰਜ ਹੁੰਦਾ ਜਾਂ ਉਹਦੀ ਆਈਡੈਂਟੀਟੀ ਨੂੰ ਨਗੇਟ ਕੀਤਾ ਜਾਂਦਾ ਫਿਰ ਉਦੋਂ ਗੁੱਸੇ 'ਚ ਆ ਜਾਂਦਾ। ਜਾਂ ਬਹੁਤ ਮਹੱਤਵਪੂਰਨ ਇਹ ਹੁੰਦਾ ਕਿ ਸ਼ਹੀਦੀ ਕੌਣ ਦੇ ਰਿਹਾ, ਉਹ ਵਿਚਾਰਧਾਰਕ ਤੌਰ 'ਤੇ ਕਿੱਥੇ ਖੜ੍ਹਾ। ਅਤੇ ਉਹ ਮੇਰੇ ਭਾਸ਼ਣ ਤੋਂ ਪਹਿਲਾਂ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਹੋਣੀ, ਪ੍ਰਿੰਸੀਪਲ ਭਾਈ ਜੋਤ ਸਿੰਘ ਬਾਰੇ ਜਾਣ ਪਛਾਣ ਕਰਾਈ ਕਿ ਉਹਨਾਂ ਦੇ ਇੱਕ ਬੇਟੇ ਦੀ ਜਵਾਨੀ 'ਚ ਚੜ੍ਹਾਈ ਕਰ ਗਿਆ ਅਤੇ ਭਾਈ ਜੋਤ ਸਿੰਘ ਨੇ ਕਿਹਾ ਸੀ ਕਿ ਉਹਦੀ ਅਰਦਾਸ ਅੰਤਿਮ ਅਰਦਾਸ ਮੈਂ ਕਰੂੰਗਾ। ਬੀ ਸੋਸ਼ਲ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਰੁਪਿੰਦਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਾਹਿਤਿਕ ਪ੍ਰੋਗਰਾਮ ਦਸਤਕ ਦੇ ਵਿੱਚ। ਹੁਣ ਤੱਕ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰ ਚੁੱਕੇ ਹਾਂ ਅਤੇ ਅੱਜ ਜਿਸ ਸ਼ਖਸੀਅਤ ਨੂੰ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ ਉਹਨਾਂ ਦਾ ਨਾਂ ਹੈ ਜਸਵੰਤ ਸਿੰਘ ਜ਼ਫਰ ਜੀ। ਜੇਕਰ ਮੈਂ ਉਹਨਾਂ ਦੇ ਜਨਮ ਅਤੇ ਪਰਿਵਾਰਿਕ ਪਿਛੋਕੜ ਦੀ ਗੱਲ ਕਰਾਂ ਤਾਂ ਉਹਨਾਂ ਦਾ ਜਨਮ 17 ਦਸੰਬਰ 1965 ਨੂੰ ਬੜੇ ਹੀ ਮਸ਼ਹੂਰ ਪਿੰਡ ਸੰਘੇ ਖਾਲਸਾ ਵਿਖੇ ਹੋਇਆ। ਉਹਨਾਂ ਦਾ ਦਾਦਕਾ ਪਿੰਡ ਪੰਜਾਬ ਦਾ ਇੱਕ ਮਸ਼ਹੂਰ ਪਿੰਡ ਮਹਿਸਮਪੁਰ ਹੈ, ਜਿਸ ਦਾ ਤਾਲੁਕਾਤ ਬਹੁਤ ਮਸ਼ਹੂਰ ਪਹਿਲਵਾਨ ਹੁਕਮਾ ਸਿੰਘ ਅਤੇ ਉਸ ਤੋਂ ਬਾਅਦ ਜਸਵੰਤ ਸਿੰਘ ਜ਼ਫਰ ਜੀ ਦੇ ਚਾਚਾ ਜੀ ਸਰਦਾਰ ਬਲਵੀਰ ਸਿੰਘ, ਜਿਨ੍ਹਾਂ ਨੇ ਕਿ 1975 ਦੀ ਐਮਰਜੈਂਸੀ ਦੇ ਦੌਰਾਨ ਜੇਲ੍ਹ ਕੱਟੀ ਸੀ। ਆਪਣੇ ਆਪ 'ਚ ਇੱਕ ਪ੍ਰਾਪਤੀ ਸਰਦਾਰ ਬਲਵੀਰ ਸਿੰਘ ਹੁਣਾਂ ਦੀ ਇਹ ਵੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ। 10ਵੀਂ ਜਮਾਤ ਤੱਕ ਜਾਂਦਿਆਂ ਹੋਇਆਂ ਜਸਵੰਤ ਸਿੰਘ ਜ਼ਫਰ ਜੀ ਹੁਣਾਂ ਨੇ ਤਕਰੀਬਨ 5 ਸਰਕਾਰੀ ਸਕੂਲਾਂ ਦਾ ਮਾਹੌਲ ਵੇਖ ਲਿਆ ਸੀ, ਪਰ ਆਪਣੀ 10ਵੀਂ ਕਲਾਸ ਉਹਨਾਂ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਕੀਤੀ। ਜੇਕਰ ਮੈਂ ਉਹਨਾਂ ਦੀ ਲਿਖਤ ਵਿਧਾ ਦੀ ਗੱਲ ਕਰਾਂ ਤਾਂ ਉਹ ਮੂਲ ਤੌਰ 'ਤੇ ਇੱਕ ਕਵੀ ਨੇ, ਪਰ ਨਾਲ ਦੀ ਨਾਲ ਆਪਾਂ ਨੂੰ ਬਹੁਤ ਸਾਰੇ ਮਸਲਿਆਂ ਦੇ ਉੱਤੇ, ਬਹੁਤ ਸਾਰੇ ਸਮਾਜਿਕ ਮੁੱਦਿਆਂ ਦੇ ਉੱਪਰ ਉਹਨਾਂ ਦੇ ਵਿਚਾਰ ਨੇ ਜਿਹੜੇ ਉਹ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਪੜ੍ਹਨ ਨੂੰ ਮਿਲਦੇ ਨੇ। ਸਵਾਗਤ ਕਰਦੇ ਹਾਂ ਜਸਵੰਤ ਸਿੰਘ ਜ਼ਫਰ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਜਦੋਂ ਅਸੀਂ ਤੁਹਾਨੂੰ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਆਉਂਦੀ ਹੁੰਦੀ ਹੈ ਕਿ ਜਿਹੜਾ ਤੁਹਾਡਾ ਤਖੱਲਸ ਹੈ ਜ਼ਫਰ, ਇਹ ਕਿਸ ਤਰ੍ਹਾਂ ਤੁਹਾਡੇ ਨਾਂ ਨਾਲ ਜੁੜਿਆ? ਕਿਉਂਕਿ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਆ ਉਹ ਗੋਤ ਲਾਉਂਦੇ ਆ ਜਾਂ ਫਿਰ ਪਿੰਡ ਦਾ ਨਾਂ ਜੁੜਿਆ ਹੁੰਦਾ ਹੈ ਨਾ, ਪਰ ਜਿਹੜੇ ਤੁਹਾਡੇ ਵੇਲੇ ਦੇ ਲੇਖਕ ਸੀ ਜੇ ਉਹਨਾਂ ਦੀ ਗੱਲ ਕਰਾਂ ਤਾਂ ਉਸ ਸਮੇਂ ਤਖੱਲਸ ਵੀ ਬਹੁਤ ਮਸ਼ਹੂਰ ਹੁੰਦੇ ਸੀ, ਵੀ ਕਿਸੇ ਨੇ ਦਰਦੀ ਲਾ ਲਿਆ, ਕਿਸੇ ਨੇ ਪੰਛੀ ਲਾਇਆ। ਅਤੇ ਜਿਹੜਾ ਇਹ ਜ਼ਫਰ ਸ਼ਬਦ ਹੈ ਇਹਦਾ ਮੀਨਿੰਗ ਮੈਨੂੰ ਬੜਾ ਅਲੱਗ ਜਿਹਾ ਲੱਭਿਆ, ਤਾਂ ਮੈਂ ਇਸ ਨੂੰ ਨਾਲ ਜੋੜਨ ਦਾ ਕਾਰਨ ਦੋ ਤਰ੍ਹਾਂ ਦੇ ਨੇ ਮੈਂ ਦੇਖਿਆ। ਜਿਹੜੇ ਜੱਟ ਲੇਖਕ ਨੇ ਉਹ ਜ਼ਿਆਦਾ ਆਪਣਾ ਗੋਤ ਹੀ ਲਾਉਂਦੇ ਆ, ਅਤੇ ਜਿਹੜੇ ਜਿਨ੍ਹਾਂ ਨੇ ਨਹੀਂ ਗੋਤ ਲਾਇਆ ਹੁੰਦਾ ਅਤੇ ਉਹਨਾਂ ਤੋਂ ਅਸੀਂ ਅੰਦਾਜ਼ਾ ਲਾ ਲੈਂਦੇ ਕਿ ਜੱਟ ਨਹੀਂ ਹੈਗੇ। ਅਤੇ ਮੇਰੇ ਤਾਂ ਥੋੜ੍ਹੀ ਦਿਲਚਸਪ ਹੈਗੀ ਕਹਾਣੀ। 1987 ਜਾਂ 86 ਅਸੀਂ ਆਪਣੇ ਕਾਲਜ ਦੀ ਟੀਮ ਵੱਲੋਂ ਥਾਪਰ ਇੰਜੀਨੀਅਰਿੰਗ ਕਾਲਜ ਪਾਰਟੀਸਪੇਟ ਕਰਨ ਗਏ। ਮੈਂ ਉੱਥੇ ਕਵਿਤਾ ਪੜ੍ਹਨੀ ਸੀਗੀ ਅਤੇ ਸ਼ਾਮ ਨੂੰ ਪ੍ਰੋਗਰਾਮ ਤੋਂ ਪਹਿਲੀ ਸ਼ਾਮ ਨੂੰ ਜਦੋਂ ਰਜਿਸਟ੍ਰੇਸ਼ਨ ਹੁੰਦੀ ਆ ਅਤੇ ਉਹ ਮੇਰੇ ਸਾਰੇ ਸੀਨੀਅਰ ਸੀ, ਮੈਂ ਛੋਟਾ ਸੀ ਸਾਰਿਆਂ ਤੋਂ, ਅਤੇ ਉਹਨਾਂ ਦਾ ਖਿਆਲ ਬਣਿਆ ਕਿ ਇਹਦਾ ਨਾਂ ਕੁਛ ਇਸ ਤਰ੍ਹਾਂ ਦਾ ਆਪਾਂ ਲਿਖਾਈਏ ਕਿ ਜੱਜਿਸ ਬਹੁਤ ਇੰਪਰੈਸ ਹੋ ਜਾਣ। ਅਤੇ ਬਹੁਤ ਸਾਰੇ ਨਾਂ ਪੰਛੀ ਪਰਿੰਦਾ ਜਿੱਦਾਂ ਤੁਸੀਂ ਦੱਸਿਆ ਉਹ ਸੋਚੇ ਗਏ, ਅਤੇ ਅਲਟੀਮੇਟਲੀ ਇਹ ਫੈਸਲਾ ਹੋਇਆ ਕਿ ਇਹਦਾ ਨਾਂ ਨਾ ਜਸਵੰਤ ਜ਼ਫਰ ਕਰਕੇ ਰਜਿਸਟਰ ਕਰਾਓ। ਅਤੇ ਉਹ ਇਸ ਨਾਂ ਨਾਲ ਰਜਿਸਟਰ ਕਰਾਇਆ। ਫਿਰ ਮੈਂ ਉੱਥੇ ਫਸਟ ਆਇਆ ਅਤੇ ਉਦੋਂ ਬਾਅਦ ਫਿਰ 2-4 ਥਾਈਂ ਕਾਲਜਾਂ 'ਚ ਯੂਨੀਵਰਸਿਟੀ 'ਚ ਪਾਰਟੀਸਪੇਟ ਕੀਤਾ ਇਸ ਨਾਂ ਨਾਲ, ਅਤੇ ਤਕਰੀਬਨ ਮੈਂ ਫਸਟ ਆਉਂਦਾ ਰਿਹਾ ਅਤੇ ਫਿਰ ਉਹ ਮੇਰੇ ਨਾਲ ਪੱਕਾ ਹੋ ਗਿਆ। ਬਿਲਕੁਲ ਇਸ ਤਰ੍ਹਾਂ ਹੋਇਆ। ਇੱਥੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਦੱਸਣਾ ਭੁੱਲ ਗਈ ਕਿ ਜ਼ਫਰ ਸਾਹਿਬ ਉਹਨਾਂ ਨੇ ਆਪਣੀ +1 +2 ਦੀ ਪੜ੍ਹਾਈ ਆ ਜਿਹੜੀ ਉਹ ਗੌਰਮੈਂਟ ਕਾਲਜ ਲੁਧਿਆਣਾ ਤੋਂ ਕੀਤੀ, ਅਤੇ ਉਸ ਤੋਂ ਬਾਅਦ ਜਿਹੜੀ ਇੰਜੀਨੀਅਰਿੰਗ ਆ ਉਹ ਉਹਨਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਕੰਪਲੀਟ ਕੀਤੀ, ਅਤੇ ਉੱਥੇ ਹੀ ਇਹਨਾਂ ਨੂੰ ਲਿਖਣ ਦਾ ਸ਼ੌਂਕ ਹੈ ਜਿਹੜਾ ਉਹ ਪਿਆ। ਪਰ ਨਾਲ ਦੀ ਨਾਲ ਇਹਨਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਇਹਨਾਂ ਦੇ ਪਿਤਾ ਜੀ ਬੜੀ ਸੋਹਣੀ ਕਵਿਸ਼ਰੀ ਲਿਖਦੇ ਵੀ ਸੀ ਅਤੇ ਹੁਣ ਤੱਕ ਵੀ ਉਹ ਕਵਿਸ਼ਰੀ ਗਾਉਂਦੇ ਵੀ ਰਹੇ ਨੇ।
ਸਰ ਇਹ ਚੀਜ਼ਾਂ ਮੈਨੂੰ ਜਿਹੜੀਆਂ ਬਹੁਤ ਹੈਰਾਨੀ ਹੋ ਰਹੀ ਤੁਹਾਨੂੰ ਇੰਨੀ ਜਾਣਕਾਰੀ ਨਹੀਂ ਸ਼ੁਕਰੀਆ ਸਰ। ਜਦੋਂ ਮਤਲਬ ਤੁਹਾਡਾ ਜਿਹੜਾ ਸ਼ੁਰੂਆਤੀ ਮਾਹੌਲ ਸੀ ਹੈ ਨਾ, ਤੁਹਾਡੇ ਪਿਤਾ ਜੀ ਕਵਿਸ਼ਰੀ ਲਿਖਦੇ ਸੀ, ਘਰ ਦੇ ਵਿੱਚ ਬਹੁਤ ਸਾਰਾ ਲਿਟਰੇਚਰ ਆ ਜਿਹੜਾ ਉਹ ਪੜ੍ਹਿਆ ਜਾਂਦਾ ਸੀ, ਪਰ ਤੁਸੀਂ ਸ਼ੁਰੂਆਤ ਦੇ ਵਿੱਚ ਹਰ ਵਧੀਆ ਨਾਵਲਕਾਰ ਨੂੰ ਪੜ੍ਹਿਆ ਜਿਨ੍ਹਾਂ ਦੇ ਵਿੱਚ ਨਾਨਕ ਸਿੰਘ, ਸੰਤ ਸਿੰਘ ਸਿੱਖੋਂ ਤੁਸੀਂ ਜ਼ਿਕਰ ਕਰਦੇ ਹੋ ਹੈ ਨਾ, ਜਸਵੰਤ ਸਿੰਘ ਕੰਵਲ ਹੋਣਾ ਨਾਲ ਤੁਹਾਡੀ ਬੜੀ ਨੇੜਤਾ ਵੀ ਰਹੀ ਹੈ, ਪਰ ਲਿਖਣ ਦੀ ਵਿਧਾ ਜਿਹੜੀ ਉਹ ਕਵਿਤਾ ਨੂੰ ਚੁਣਿਆ। ਇੱਕ ਥਾਂ ਮੈਂ ਤੁਹਾਡਾ ਹੀ ਲਿਖਿਆ ਪੜ੍ਹ ਰਹੀ ਸੀ ਕਿ ਮੈਨੂੰ ਲੱਗਿਆ ਕਿ ਜਿਹੜੇ ਮੇਰੇ ਮਨ ਦੇ ਬਲਬਲੇ ਨੇ ਉਹ ਮੈਂ ਕਵਿਤਾ ਰਾਹੀਂ ਜ਼ਿਆਦਾ ਕਹਿ ਸਕਦਾ ਹੈ ਨਾ, ਵਾਰਤਕ ਜਾਂ ਫਿਰ ਕਿਸੇ ਹੋਰ ਵਿਧਾ ਨੂੰ ਕਿਉਂ ਨਹੀਂ ਚੁਣਿਆ? ਰੁਪਿੰਦਰ, ਤਕਰੀਬਨ ਸਾਰੇ ਹੀ ਲਿਖਣ ਵਾਲੇ ਨਾ ਸ਼ੁਰੂ ਕਵਿਤਾ ਤੋਂ ਹੀ ਕਰਦੇ ਆ। ਬਹੁਤੇ ਤੁਸੀਂ ਦੇਖੋ ਵਰਿਆਮ ਸੰਧੂ ਦੀ ਵੀ ਪਹਿਲੀ ਕਵਿਤਾ ਦੀ ਕਿਤਾਬ ਆਈ, ਅਤੇ ਇੱਥੋਂ ਤੱਕ ਕਿ ਜਸਵੰਤ ਸਿੰਘ ਕੰਵਲ ਨੇ ਵੀ ਸ਼ੁਰੂ 'ਚ ਕਵਿਤਾਵਾਂ ਲਿਖੀਆਂ, ਅਤੇ ਸ਼ਾਇਦ ਇਹ ਕਵਿਤਾ ਜ਼ਿਆਦਾ ਬੰਦੇ ਨੂੰ ਆਪਣੇ ਵੱਲ ਨੂੰ ਆਕਰਸ਼ਿਤ ਕਰਦੀ ਆ ਆਪਣੀ ਗੱਲ ਕਹਿਣ ਲਈ, ਜਾਂ ਉਹਨੂੰ ਲੱਗਦਾ ਹੁੰਦਾ ਕਿ ਮੇਰੇ ਕੋਲ ਨਵੀਂ ਗੱਲ ਆ, ਅਤੇ ਨਵੀਂ ਗੱਲ ਲਈ ਸ਼ਾਇਦ ਕਵਿਤਾ ਸਭ ਤੋਂ ਲੱਗਦੀ ਸੂਟੇਬਲ ਲੱਗਦੀ ਆ। ਅਤੇ ਇਸ ਤਰ੍ਹਾਂ ਹੀ ਆ ਕਿ ਜਾਂ ਕਹਿ ਲਓ ਕਿ ਤੁਸੀਂ ਪ੍ਰਭਾਵਿਤ ਵੀ ਸਭ ਤੋਂ ਵੱਧ ਕਵਿਤਾ ਰਾਹੀਂ ਹੋਏ ਹਨ ਸਾਹਿਤ ਤੋਂ। ਅਤੇ ਸਾਡਾ ਪੁਰਾਣਾ ਪੰਜਾਬ ਦਾ ਤਾਂ ਇਸ ਤਰ੍ਹਾਂ ਹੀ ਆ ਕਿ ਪੰਜਾਬੀ ਬੰਦੇ ਦਾ ਤਾਂ ਜਿਹੜਾ ਅਵਚੇਤਨ ਆ ਉਹ ਮੈਂ ਕਹਿੰਦਾ ਉਹਨਾਂ ਗੀਤਾਂ ਦਾ ਜਾਂ ਕਵਿਤਾਵਾਂ ਦਾ ਬਣਿਆ ਹੋਇਆ, ਅਤੇ ਸਾਨੂੰ ਜੰਮਦਿਆਂ ਨੂੰ ਵੀ ਉਹੀ ਲੋਰੀਆਂ ਸੁਣਦੀਆਂ, ਸਾਡੇ ਨਾਮਕਰਨ ਵਾਲੇ ਵੀ ਉਹੀ ਗੀਤ ਗਾਏ ਜਾਂਦੇ ਆ, ਇੱਥੋਂ ਤੱਕ ਕਿ ਬੰਦੇ ਦੇ, ਮੁੰਡੇ ਦੇ, ਕੁੜੀ ਦੇ ਵਿਆਹਾਂ 'ਤੇ ਗਾਉਣ ਬਿਠਾਏ ਜਾਂਦੇ ਆ, ਲੋਕ ਆਪਣੇ ਕੰਮ ਕਾਰ ਕਰਦਿਆਂ ਗਾਉਂਦੇ ਆ, ਬੰਦੇ ਦੇ ਚੜ੍ਹਾਈ ਕਰਨ 'ਤੇ ਵੀ ਗੀਤਾਂ ਨਾਲ ਹੀ ਉਹਨੂੰ ਵਿਦਾ ਕੀਤਾ ਜਾਂਦਾ। ਸਾਡਾ ਪੰਜਾਬੀ ਬੰਦੇ ਦਾ ਜਿਹੜਾ ਚੇਤਨ ਚਿੱਤ ਆ ਉਹ ਕਵਿਤਾ ਦਾ ਬਣਿਆ ਹੋਇਆ ਹੁੰਦਾ, ਇਸ ਕਰਕੇ ਉਹ ਜਦੋਂ ਆਪ ਵੀ ਕੁਛ ਐਕਸਪ੍ਰੈਸ ਕਰਨਾ ਸ਼ੁਰੂ ਕਰਦਾ ਤਾਂ ਉਹ ਕਵਿਤਾ ਉਹਨੂੰ ਸਭ ਤੋਂ ਨੇੜੇ ਦਾ ਅਤੇ ਸੌਖਾ ਇੱਕ ਵਸੀਲਾ ਲੱਗਦੀ ਹੈ। ਬਿਲਕੁਲ ਸਰ, ਜਿਸ ਵੇਲੇ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਆ ਉਸ ਟਾਈਮ ਸ਼ਿਵ ਕੁਮਾਰ ਬਟਾਲਵੀ ਹੋਣੀ ਹੈ ਨਾ, ਉਹਨਾਂ ਦੀ ਜਿਹੜੀ ਕਵਿਤਾ ਸੀ ਮੇਰੇ ਖਿਆਲ ਉਸ ਤੋਂ ਜ਼ਿਆਦਾ ਪਾਠਕ ਅੱਜ ਤੱਕ ਵੀ ਕਿਸੇ ਨੇ ਹੈ ਨਾ ਨਹੀਂ ਕਿਸੇ ਦੀ ਝੋਲੀ ਪਈ ਜਿੰਨੇ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੇ। ਉਸ ਤੋਂ ਬਾਅਦ ਸੁਰਜੀਤ ਪਾਤਰ ਜੀ ਆਉਂਦੇ ਨੇ, ਫਿਰ ਇੱਕ ਦੌਰ ਸ਼ੁਰੂ ਹੁੰਦਾ ਜਦੋਂ ਤੁਹਾਡਾ ਵੀ ਦੌਰ ਕਹਿ ਸਕਦੀ ਹਾਂ ਮੈਂ, ਉਹਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਡਾਕਟਰ ਜਗਤਾਰ, ਇਹ ਸਾਰੇ ਜਿਹੜੇ ਕਵੀ ਨੇ ਉਹ ਸ਼ਾਮਿਲ ਹੋ ਜਾਂਦੇ ਨੇ। ਸ਼ਿਵ ਕੁਮਾਰ ਬਟਾਲਵੀ ਹੋਣੀ ਜਾਂ ਪ੍ਰੋਫੈਸਰ ਮੋਹਨ ਸਿੰਘ ਹੋਣੀ, ਉਹਨਾਂ ਦੀ ਜਿਹੜੀ ਕਵਿਤਾ ਜ਼ਿਆਦਾਤਰ ਇਸ਼ਕ ਮਜਾਜੀ ਅਤੇ ਜਾਂ ਫਿਰ ਸਮਾਜਿਕ ਸਰੋਕਾਰਾਂ ਨਾਲ ਸੰਬੰਧ ਰੱਖਦੀ ਸੀ ਹੈ ਨਾ। ਤੁਸੀਂ ਉਸ ਤੋਂ ਕਈ ਵਰ੍ਹੇ ਬਾਅਦ ਇਸ ਚੀਜ਼ 'ਚ ਪੈਰ ਰੱਖਦੇ ਹੋ, ਅਤੇ ਤੁਹਾਡੀ ਕਵਿਤਾ ਜਿਹੜੀ ਧਰਮ ਦੇ ਆਲੇ ਦੁਆਲੇ ਬਹੁਤ ਘੁੰਮਦੀ ਹੈ ਨਾ, ਮਤਲਬ ਇਹਨਾਂ ਚੀਜ਼ਾਂ ਨੇ ਕਦੀ ਤੁਹਾਨੂੰ ਆਪਣੇ ਵੱਲ ਖਿੱਚਿਆ ਨਹੀਂ? ਕਿਉਂਕਿ ਜਿਹੜੀ ਉਮਰ 'ਚ ਤੁਸੀਂ ਲਿਖਣਾ ਸ਼ੁਰੂ ਕੀਤਾ ਸੀ ਉਸ ਉਮਰ 'ਚ ਮੁੰਡੇ ਇਸ਼ਕ ਦੀਆਂ ਕਵਿਤਾਵਾਂ। ਨਹੀਂ, ਮੈਂ ਵੀ ਜਿੰਨੇ ਜੋਗਾ ਸੀਗਾ ਲਿਖੀਆਂ। ਮੈਂ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਪਤਨੀ ਨੂੰ ਬੜੇ ਗੀਤ ਗੂਤ ਲਿਖ ਕੇ ਭੇਜਦਾ ਰਿਹਾ। ਅੱਛਾ ਜੀ। ਅਤੇ ਪਰ ਇਸ ਤਰ੍ਹਾਂ ਸੀ ਵੀ ਜਿਵੇਂ ਮੈਂ ਇੰਜੀਨੀਅਰਿੰਗ 'ਚ 1985 'ਚ ਦਾਖਲਾ ਲਿਆ, 99 'ਚ ਪੜ੍ਹਾਈ ਮੈਂ ਪਾਸ ਕੀਤੀ, ਜਾਂ ਕਹਿ ਲਓ ਮੇਰਾ ਕਾਲਜ ਦਾ ਟਾਈਮ 1981 ਤੋਂ 1999 ਸੀਗਾ। ਅਤੇ ਜਿਹੜਾ ਮਸ਼ਹੂਰ ਸਾਲ ਜਿਹਨੂੰ ਅਸੀਂ ਸਾਰੇ ਜਾਣਦੇ ਹਾਂ 1984 ਉਹਦੇ ਐਨ ਸੈਂਟਰ 'ਚ ਆਉਂਦਾ, ਅਤੇ ਉਦੋਂ ਫਿਰ ਇਹ ਸਵਾਲ ਬਣ ਗਿਆ ਸੀ ਭਈ ਇਹ ਧਰਮ ਬੰਦੇ ਦੇ ਕਾਹਦੇ ਲਈ ਹੁੰਦਾ ਅਤੇ ਬੰਦਾ ਇਹਦਾ ਕਰਦਾ ਕੀ ਆ। ਇਹ ਸਵਾਲ ਕਾਫੀ ਮੈਨੂੰ ਰੜਕਦਾ ਰਿਹਾ, ਅਤੇ ਫਿਰ ਇਹ ਲੱਗਿਆ ਕਿ ਸਾਡਾ ਜਿਹੜਾ ਆਪਣੇ ਧਰਮ ਨਾਲ ਬੰਦੇ ਦਾ, ਕਿਸੇ ਵੀ ਬੰਦੇ ਦਾ ਆਪਣੇ ਧਰਮ ਨਾਲ ਜਿਹੜਾ ਉਹਦਾ ਸੰਬੰਧ ਆ ਜਿਹੜਾ ਵਾ ਔਥੈਂਟਿਕ ਨਹੀਂ ਹੈਗਾ, ਠੀਕ ਨਹੀਂ ਹੈਗਾ। ਅਤੇ ਫਿਰ ਉੱਤੇ ਤੁਸੀਂ ਜਦੋਂ ਕਮੈਂਟ ਕਰਨਾ ਹੁੰਦਾ, ਬਿਹਤਰ ਹੁੰਦਾ ਤੁਸੀਂ ਆਪਣੇ ਧਰਮ ਬਾਰੇ ਕਰੋ, ਦੂਜਿਆਂ ਬਾਰੇ ਕਿਉਂ ਕਰੋ। ਅਤੇ ਸ਼ਾਇਦ ਉਹ ਮੇਰੀ ਇਸ ਤਰ੍ਹਾਂ ਦੀ ਪ੍ਰਕਿਰਿਆ ਸ਼ੁਰੂ 'ਚ ਹੋ ਗਈ। ਜਿੱਥੋਂ ਤੱਕ ਸ਼ਿਵ ਕੁਮਾਰ ਹੋਰਾਂ ਦਾ ਜਾਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਸਵਾਲ ਹੈ ਕਿ ਕਿਉਂਕਿ ਬਹੁਤ ਲੋਕ ਮਨ ਦੇ ਨੇੜੇ ਦੀਆਂ ਚੀਜ਼ਾਂ ਲਿਖਦੇ ਰਹੇ, ਲੋਕ ਮਾਹੌਲ 'ਚੋਂ ਚੀਜ਼ਾਂ ਲਿਖਦੇ ਰਹੇ, ਧਰਤੀ ਨਾਲ ਜੁੜੀਆਂ ਚੀਜ਼ਾਂ ਇਹਨਾਂ ਦੀ ਸ਼ਾਇਰੀ 'ਚ ਜਿੰਨੀ ਵਾਰਿਸ ਸ਼ਾਹ ਤੋਂ ਬਾਅਦ ਇਹਨਾਂ ਦੀ ਕਵਿਤਾ 'ਚ ਆਈਆਂ ਉਹ ਹੋਰ ਕਿਸੇ ਕੋਲ ਨਹੀਂ ਸੀ, ਇਸ ਕਰਕੇ ਲੋਕ ਬਹੁਤ ਮਕਬੂਲ ਹੋਏ। ਅਤੇ ਮੈਨੂੰ ਲੱਗਦਾ ਕਿ ਕਵੀਆਂ ਨੂੰ ਨਵੇਂ ਵਿਸ਼ੇ ਲੈ ਕੇ ਆਉਣਾ ਚਾਹੀਦਾ, ਨਵੇਂ ਹਾਲਤਾਂ ਵਿੱਚ ਉਹ ਨਵਾਂ ਕੀ ਸੋਚਦੇ ਆ, ਕਿਹੜੀਆਂ ਚੀਜ਼ਾਂ ਉਹਨਾਂ ਨੂੰ ਡਿਸਟਰਬ ਕਰਦੀਆਂ, ਕਿਹੜੀਆਂ ਚੀਜ਼ਾਂ ਉਹਨਾਂ ਨੂੰ ਪ੍ਰਸੰਨ ਕਰਦੀਆਂ, ਅਤੇ ਉਹਨਾਂ ਨੂੰ ਉਹ ਲੈ ਕੇ ਆਉਣ। ਅਤੇ ਮੇਰੇ ਲਈ ਇੱਕ ਇਹ ਵੀ ਸੀ ਕਿ ਮੈਨੂੰ ਸੀ ਕਿ ਮੈਂ ਥੋੜ੍ਹਾ ਆਪਣਾ ਵੱਖਰਾ ਪਾਠਕ ਵਰਗ ਵੀ ਚੁਣਾ, ਜਿਹੜੇ ਇਸ਼ੂ ਮੈਂ ਲੈ ਕੇ ਆਇਆ ਸੀ ਕਿ ਜਿਹਨੂੰ ਘੱਟੋ ਘੱਟ 10ਵੀਂ 12ਵੀਂ ਤੱਕ ਦਾ ਹਿਸਾਬ, ਸਾਇੰਸ, ਇਤਿਹਾਸ, ਅੰਗਰੇਜ਼ੀ ਇਹ ਚੀਜ਼ਾਂ ਆਉਂਦੀਆਂ ਹੋਣ, ਜਾਂ ਕਹਿ ਲਓ ਵੀ ਜਿਹੜਾ ਵਰਗ ਪਹਿਲਾਂ ਕਵਿਤਾ ਦੇ ਨੇੜੇ ਨਹੀਂ ਸੀ, ਮੈਨੂੰ ਸੀ ਕਿ ਮੈਂ ਉਸ ਵਰਗ ਦੇ ਕਵਿਤਾ ਦੇ ਨੇੜੇ ਲੈ ਕੇ ਆਵਾਂ, ਅਤੇ ਉਹ 'ਚ ਮੈਨੂੰ
ਕਾਮਯਾਬੀ ਵੀ ਮਿਲੀ ਕਿ ਜਿਹੜੇ ਲੋਕ ਪਹਿਲਾਂ ਕਵਿਤਾ ਨਾਲ ਪੰਜਾਬੀ ਕਵਿਤਾ ਜਿਨ੍ਹਾਂ ਦੀ ਨਹੀਂ ਸੀ ਦਿਲਚਸਪੀ ਸਮਝੀ ਜਾਂਦੀ ਜਾਂ ਜਿਹੜੇ ਵਿਸ਼ੇ ਪੰਜਾਬੀ ਕਵਿਤਾ ਦੇ ਵਿਸ਼ੇ ਨਹੀਂ ਸੀਗੇ ਉਹਨਾਂ ਦੇ ਆਉਣ ਨਾਲ ਇੱਕ ਅੱਛਾ ਤਾਲਮੇਲ ਜੋੜਮੇਲ ਬਣਿਆ। ਹਾਂਜੀ, ਮਤਲਬ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਜਿਹੜੀ ਕਵਿਤਾ ਉਹ ਹੌਲੀ ਹੌਲੀ ਇਸ਼ਕ ਮਿਜ਼ਾਜੀ ਜਾਂ ਫਿਰ ਉਹਨਾਂ ਸਮਾਜਿਕ ਸਰੋਕਾਰਾਂ ਨਾਲ ਚੇਤਨਾ ਵੱਲ ਵਧਣ ਲੱਗ ਗਈ ਸੀ। ਹਾਂ, ਮੈਂ ਇਹ ਅਕਸਰ ਕਹਿੰਦਾ ਹੁੰਦਾ ਵੀ ਕਵਿਤਾ ਦਾ ਵਿਸ਼ੇ ਉਨਾ ਹੀ ਵਸੀਹ ਹੁੰਦਾ ਜਿੰਨਾ ਜ਼ਿੰਦਗੀ ਜਿੰਨੀ ਵਸੀਹ ਆ ਕਿ ਜ਼ਿੰਦਗੀ ਦਾ ਜਿੰਨੀਆਂ ਚੀਜ਼ਾਂ ਨਾਲ ਸੰਬੰਧ ਹੈਗਾ ਅਤੇ ਕਵਿਤਾ ਦੇ ਵੀ ਉਨੇ ਹੀ ਵਿਸ਼ੇ। ਕਵਿਤਾ ਲਈ ਕੋਈ ਵੀ ਵਿਸ਼ਾ, ਕੋਈ ਵੀ ਵਿਚਾਰ, ਕੋਈ ਵੀ ਸਥਿਤੀ ਓਪਰੀ ਨਹੀਂ ਹੈ। ਉਹ ਸਾਰੇ ਕਾਸੇ ਨੂੰ ਆਪਣੇ ਵਿੱਚ ਲੈ ਸਕਦੀ ਆ ਅਤੇ ਨਵੇਂ ਕਵੀਆਂ ਨੂੰ ਚਾਹੀਦਾ ਵੀ ਇਹੀ ਹੁੰਦਾ ਕਿ ਜਿਹੜੇ ਵਿਸ਼ੇ ਪਹਿਲਾਂ ਕਵਿਤਾ 'ਚ ਨਹੀਂ ਹੈ ਉਹਨਾਂ ਨੂੰ ਲੈ ਕੇ ਆਉਣ, ਜਿਹੜੀਆਂ ਗੱਲਾਂ ਪਹਿਲਾਂ ਕਵਿਤਾ 'ਚ ਨਹੀਂ ਹੈਗੀਆਂ ਉਹਨੂੰ ਲੈ ਕੇ ਆਉਣ, ਫਿਰ ਹੀ ਤੁਹਾਡੀ ਕੋਈ ਯੋਗਦਾਨ ਬਣਦਾ ਆ। ਨਹੀਂ ਤਾਂ ਉਹ ਪਿੱਠੇ ਨੂੰ ਪੀਣ ਦਾ ਤਾਂ ਕੋਈ ਫਾਇਦਾ ਨਹੀਂ ਹੈ। ਸਰ, ਜਦੋਂ ਤੁਸੀਂ ਗੱਲ ਕਰਦੇ ਹੋ ਕਿ 85 ਤੋਂ 99 ਤੱਕ ਦਾ ਜਿਹੜਾ ਸਮਾਂ ਸੀ ਹੈ ਨਾ, ਉਦੋਂ ਤੁਸੀਂ ਇਹ ਸ਼ੁਰੂਆਤ ਕੀਤੀ ਹੈ ਲਿਖਣ ਦੀ। ਜੇਕਰ ਮੈਂ ਗੱਲ ਕਰਾਂ ਤਾਂ ਆਪਾਂ ਹਮੇਸ਼ਾ ਹਰ ਚਿੰਤਕ ਜਿਹੜੇ ਵਿਅਕਤੀ ਨੇ ਜਦੋਂ ਤੁਸੀਂ ਉਹਨਾਂ ਨੂੰ ਸੁਣਦੇ ਹੋ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਸਾਹਿਤ ਆ ਜਿਹੜਾ ਉਹ ਸਮਾਜ ਦੀ ਚੰਗੇ ਪੱਖ 'ਚ ਇੱਕ ਸਿਰਜਣਾ ਕਰਦਾ, ਸਮਾਜ ਦਾ ਇੱਕ ਅਜਿਹਾ ਚੰਗਾ ਥੰਮ ਹੁੰਦਾ ਹੈ ਕਿ ਜਿਹਨੂੰ ਪੜ੍ਹ ਕੇ ਜਾਂ ਜਿਹਨੂੰ ਵੇਖ ਕੇ ਜਾਂ ਜਿਹਨੂੰ ਸੁਣ ਕੇ ਸਾਨੂੰ ਪ੍ਰੇਰਨਾ ਮਿਲਦੀ ਆ। ਪਰ ਜਿਹੜਾ ਅਜੋਕਾ ਸਾਹਿਤ ਆ ਉਹਦੇ ਵਿੱਚ ਬਾਕੀ ਸਾਰੀਆਂ, ਜੇਕਰ ਮੈਂ ਗੱਲ ਕਰਾਂ ਕਿ ਜ਼ਮਾਨਾ ਜਾਂ ਫਿਤਰਤ ਹੀ ਐਵੇਂ ਦੀ ਹੋ ਗਈ ਹੈ ਕਿ ਅਸੀਂ ਕੁਆਲਿਟੀ ਨਾਲੋਂ ਕੁਆਂਟਿਟੀ ਦੇ ਵਿੱਚ ਜਿਹੜਾ ਜ਼ਿਆਦਾ ਵਿਸ਼ਵਾਸ ਰੱਖਣ ਲੱਗ ਗਏ। ਅਜੋਕਾ ਸਾਹਿਤ ਵੀ ਐਵੇਂ ਦਾ ਹੀ ਆ ਰਿਹਾ ਹੈ ਨਾ, ਕਿਤਾਬਾਂ ਧੜਾ ਧੜ ਛਪ ਰਹੀਆਂ ਨੇ। ਕਹਿਣ ਤੋਂ ਜੇਕਰ ਮੈਂ ਸਿੱਧੇ ਭਾਵ 'ਚ ਕਹਾਂ ਤਾਂ ਉਨੇ ਪਾਠਕ ਨਹੀਂ ਜਿੰਨੀਆਂ ਕਿਤਾਬਾਂ ਛਪ ਰਹੀਆਂ ਨੇ। ਇਸ ਜਿਹੜੇ ਦੌਰ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਲੋਕ ਸਾਹਿਤ ਨੂੰ ਬੜਾ ਇੱਕ ਜ਼ਿੰਦਗੀ ਦਾ ਗੰਭੀਰ ਹਿੱਸਾ ਮੰਨਦੇ ਆ ਉਹ ਖੁਸ਼ ਹੋਣਗੇ? ਜੇ ਮੈਂ ਤੁਹਾਡੇ ਤੋਂ ਹੀ ਪੁੱਛਾਂ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਖੁਸ਼ੀ ਵਾਲਾ ਦੌਰ ਹੈ? ਹਾਂ ਰਵਿੰਦਰ, ਦੇਖੀ ਦੋ ਨੇ ਗੱਲਾਂ। ਇੱਕ ਇਕੱਲਾ ਸਾਹਿਤ ਨੇ ਸਮਾਜ ਨੂੰ ਸਿਰਜਣਾ ਹੀ ਨਹੀਂ ਹੁੰਦਾ, ਸਾਹਿਤ ਪੋਰਟਰੇਟ ਵੀ ਕਰਦਾ, ਸਮਾਜ ਦੀ ਤਸਵੀਰਕਸ਼ੀ ਵੀ ਕਰਦਾ ਕਿ ਕਿੱਦਾਂ ਦੀ ਸੁਸਾਇਟੀ ਆ, ਕਿੱਦਾਂ ਦਾ ਬੰਦਿਆਂ ਦਾ ਚੱਲਣ ਆ, ਕਿੱਦਾਂ ਦੇ ਸਾਡੇ ਮਨ ਆ, ਕੀ ਸਾਡਾ ਵਿਹਾਰ ਆ, ਪੋਰਟਰੇਟ ਵੀ ਕਰਦਾ। ਦੂਜਾ, ਜਿੱਥੇ ਜ਼ਿਆਦਾ ਕਿਤਾਬ ਛਪਣ ਦਾ ਕਾਰਨ ਇਹ ਬਣ ਗਿਆ ਕਿ ਕਿਤਾਬ ਸੌਖੀ ਬਹੁਤ ਛਪਣ ਲੱਗ ਗਈ। ਅਤੇ ਪਹਿਲਾਂ ਤਾਂ ਉਹ ਜਿਹੜੀ ਉਹਦੀ ਪ੍ਰੋਡਕਸ਼ਨ ਨਹੀਂ ਸੀ ਉਹ ਇੰਨੀ ਔਖੀ ਹੁੰਦੀ ਸੀ, ਬਹੁਤ ਮਿਹਨਤ ਵਾਲਾ ਕੰਮ ਹੁੰਦਾ ਸੀ। ਇਕੱਲਾ ਇਕੱਲਾ ਅੱਖਰ ਜੋੜਿਆ ਜਾਂਦਾ ਸੀ, ਫਿਰ ਉਹਦੇ ਪ੍ਰੂਫਿੰਗ ਹੁੰਦੀ ਸੀ, ਫਿਰ ਉਹ ਮੈਨੂਅਲੀ ਜਾਂ ਬਹੁਤ ਮਕੈਨੀਕਲੀ ਉਹ ਛਪਦੀਆਂ ਹੁੰਦੀਆਂ ਸੀ ਚੀਜ਼ਾਂ। ਅਤੇ ਜਿਹੜਾ ਕੰਮ ਮਿਹਨਤ ਵਾਲਾ ਹੋਵੇ ਫਿਰ ਉਹਦੀ 'ਚ ਕੁਆਲਿਟੀ ਤਾਂ ਬਿਹਤਰ ਹੁੰਦੀ ਆ ਨਾ। ਅਤੇ ਹੁਣ ਰਾਤੋਂ ਰਾਤ ਕਿਤਾਬ ਛਪ ਜਾਂਦੀ ਆ, ਫਸਟ ਕਲਾਸ ਛਪ ਜਾਂਦੀ ਆ। ਇਸ ਕਰਕੇ ਇੱਕ ਲੇਖਕ ਲਈ ਕਿਤਾਬ ਛਪਾਉਣਾ ਸੌਖਾ ਕਾਰਜ ਹੋ ਗਿਆ, ਥੋੜ੍ਹੇ ਸਮੇਂ ਦਾ ਕਾਰਜ ਹੋ ਗਿਆ। ਅਤੇ ਇੱਕ ਬੰਦੇ ਨੂੰ ਲੱਗਦਾ ਕਿ ਲੇਖਕ ਹੋਣ ਨਾਲ ਇੱਕ ਮੌਜ ਬਹੁਤ ਆ, ਇੱਕ ਮੌਜ ਦਾ ਅਹਿਸਾਸ ਆ ਬੰਦੇ ਨੂੰ ਕਿ ਤੁਹਾਨੂੰ ਸੋਸਾਇਟੀ ਦੇ ਵਿੱਚ ਆਪਣੀ ਪਛਾਣ ਬਣਾਉਣ ਲਈ 2-3 ਗੱਲਾਂ ਹੁੰਦੀਆਂ। ਜਾਂ ਤੁਸੀਂ ਅਮੀਰ ਬਹੁਤ ਹੋਵੋ, ਜਾਂ ਤੁਹਾਡਾ ਰੁਤਬਾ ਬਹੁਤ ਵੱਡਾ ਹੋਵੇ, ਜਾਂ ਤੁਹਾਡੇ ਨਿਆਣੇ ਬਹੁਤ ਕੋਈ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਹੋਣ, ਅਤੇ ਜਾਂ ਕੁਛ ਹੋਰ ਸਮਾਜਿਕ ਚੀਜ਼ਾਂ ਨੇ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਐਲੀਵੇਟ ਕਰਦੇ ਹੋ, ਵੱਡੇ ਬਣਦੇ ਹੋ। ਅਤੇ ਲੇਖਕ ਨੂੰ ਮੌਜ ਬਹੁਤ ਹੁੰਦੀ, ਉਹਦੀ ਕਿਤਾਬ ਛਪਣਾ, ਉਹਨੂੰ ਸਾਰੇ ਕੰਮ ਤਕਾਇ ਤੋਂ ਛੁੱਟੀ ਮਿਲ ਜਾਂਦੀ ਆ ਅਤੇ ਉਹਨੂੰ ਫਿਰ ਹੋਰ ਕੁਛ ਹੋਣ ਦੀ ਲੋੜ ਨਹੀਂ। ਉਹਨੂੰ ਕਹਿ ਲਓ ਇੱਕ ਤਰ੍ਹਾਂ ਦੀ ਪਛਾਣ ਮਿਲ ਜਾਂਦੀ ਆ। ਪਛਾਣ ਦਾ ਇੱਕ ਸੌਖੀ ਵਿਧੀ ਹੋ ਗਈ ਅਤੇ ਸੌਖੀ ਵਿਧੀ ਇੰਨੀ ਹੋ ਗਈ ਕਿ ਕਿਤਾਬ ਛਪ ਬਹੁਤ ਛੇਤੀ ਜਾਂਦੀ ਹੈ। ਫਿਰ ਅਗਲੇ ਦਿਨ ਉਹਨਾਂ ਦਾ ਰਿਵਿਊ ਵੀ ਛਪ ਜਾਂਦਾ, ਬਣੇ ਬਣਾਏ ਉਹਨਾਂ ਦੇ ਫੰਕਸ਼ਨ ਵੀ ਹੋ ਜਾਂਦੇ ਆ। ਅਤੇ ਇਸ ਕਰਕੇ ਜਦੋਂ ਫਿਰ ਤੇਜ਼ ਰਫਤਾਰੀ ਆ ਜਾਵੇ ਫਿਰ ਉਦੋਂ ਕੁਆਲਿਟੀ 'ਚ ਫਰਕ ਪੈਂਦਾ ਹੀ ਹੁੰਦਾ। ਬਾਕੀ ਸੋਸ਼ਲ ਮੀਡੀਆ ਨੇ ਵੀ ਕਾਫੀ ਕਸਰ ਕੱਢੀ ਕਿ ਤੁਸੀਂ ਹੁਣੇ ਚੀਜ਼ ਲਿਖੀ, ਹੁਣੇ ਤੁਸੀਂ ਸਾਂਝੀ ਕਰ ਲਈ। ਅਤੇ ਜਦੋਂ ਅਸੀਂ ਥੋੜ੍ਹੇ ਜਵਾਨੀ ਦੇ ਟਾਈਮ 'ਚ ਹੁੰਦੇ ਸੀ ਤਾਂ ਉਹ ਲੈ ਕੇ ਕਿਸੇ ਆਪਣੇ ਸੀਨੀਅਰ ਵੱਲ ਨੂੰ ਭੱਜੀਦਾ ਹੁੰਦਾ ਸੀ ਉਹਨੂੰ ਦਿਖਾਉਣ ਨੂੰ ਕਿ ਉਹਦੀ ਥੋੜ੍ਹੀ ਨੋਕ ਪਲਕ ਠੀਕ ਕਰ ਦੇਵੇ, ਜਾਂ ਉਹਨਾਂ ਦਾ ਕੀ ਕੋਮੈਂਟ ਆ। ਜਦੋਂ ਫਿਰ ਚੰਗੀ ਤਸੱਲੀ ਹੋ ਗਈ ਤਾਂ ਫਿਰ ਉਹਨੇ ਕਿਸੇ ਅਖਬਾਰ 'ਚ ਜਾਂ ਕਿਸੇ ਰਸਾਲੇ 'ਚ ਛਪਣਾ ਹੁੰਦਾ ਸੀ। ਫਿਰ ਉਹਨੂੰ ਮਹੀਨਾ ਪਹਿਰ ਉਹਦੇ ਛਪਣ ਦੀ ਉਡੀਕ ਕਰਨੀ ਹੁੰਦੀ ਸੀ, ਅਤੇ ਉਡੀਕ ਕਰਦਿਆਂ ਕਰਦਿਆਂ ਤੁਸੀਂ ਹੋਰ ਉਹਨੂੰ ਸੋਧ ਲੈਂਦੇ ਹੁੰਦੇ, ਛਪਣ ਤੱਕ ਇਹਨਾਂ ਕੁਛ ਕਰ ਲੈਂਦੇ ਸੀ। ਅਤੇ ਉਹ ਜਿਹੜੀ ਸੋਧ ਪ੍ਰਕਿਰਿਆ ਸੀ ਉਹ ਬਹੁਤ ਬਾਈਪਾਸ ਹੋ ਗਈ, ਅਤੇ ਇਸ ਕਰਕੇ ਉਤਪਾਦਨ ਜ਼ਿਆਦਾ ਹੋਣ ਲੱਗ ਗਿਆ ਅਤੇ ਸੁਧਾਈ ਘੱਟ ਹੋਣ ਲੱਗ ਗਈ। ਇਹ ਬਹੁਤੀ ਚੰਗੀ ਗੱਲ ਨਹੀਂ ਹੈ। ਚੰਗੀ ਇੰਨੀ ਆ ਕਿ ਅੱਖਰਾਂ ਦੀ ਪਹੁੰਚ ਬਹੁਤ ਛੇਤੀ ਹੋਣ ਲੱਗੀ, ਬਹੁਤ ਲੋਕਾਂ ਤੱਕ ਹੋਣ ਲੱਗੀ। ਇਹਦਾ ਲਾਭ ਹੈਗਾ। ਅਤੇ ਇਸ ਕਰਕੇ ਸਾਨੂੰ ਇਸ ਤੇਜ਼ ਰਫਤਾਰੀ ਦੇ ਜਿਹੜੇ ਨੁਕਸਾਨ ਹੈ ਉਹ ਤੋਂ ਬਚਣਾ ਚਾਹੀਦਾ। ਉਹਦਾ ਸਿਰਫ ਲਾਹੇ ਵਾਲੀ ਚੀਜ਼ ਹੀ ਰੱਖਣੀ ਚਾਹੀਦੀ ਆ। ਇਸ ਚੀਜ਼ ਤੋਂ ਮੇਰੇ ਦਿਮਾਗ ਦੇ ਵਿੱਚ 2 ਸਵਾਲ ਆ ਰਹੇ ਨੇ। ਇੱਕ ਮੈਂ ਤੁਹਾਨੂੰ ਬਾਅਦ 'ਚੋਂ ਪੁੱਛਾਂਗੀ।
ਪਰ ਪਹਿਲੀ ਗੱਲ ਮੇਰੇ ਦਿਮਾਗ 'ਚ ਇਹ ਆ ਰਹੀ ਕਿ ਤੁਸੀਂ ਕਹਿੰਦੇ ਕਿ ਲੇਖਕ ਹੋਣਾ ਇੱਕ ਮੌਜ ਵਾਲੀ ਗੱਲ ਹੁੰਦੀ ਹੈ ਨਾ, ਵੀ ਬੜੀ ਸੌਖ ਹੋ ਜਾਂਦੀ ਹੈ ਕਿ ਤੁਹਾਡੀ ਇੱਕ ਕਿਤਾਬ ਛਪ ਗਈ, ਉਸ ਤੋਂ ਬਾਅਦ ਕਿੰਨੀ ਗੱਲਾਂ ਤੋਂ ਛੁੱਟੀ ਮਿਲ ਜਾਂਦੀ ਹੈ ਤੁਹਾਨੂੰ। ਬਿਲਕੁਲ ਬਿਲਕੁਲ, ਹੈ ਨਾ। ਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਇੱਕ ਫਾਇਦਾ ਤੁਹਾਨੂੰ ਇਹ ਵੀ ਹੋ ਜਾਂਦਾ ਵੀ ਤੁਸੀਂ ਸਮਾਜ ਦੇ ਵਿੱਚ ਇੱਕ ਬੜੀ ਸੰਜੀਦਾ ਤੇ ਬੜੀ ਭੋਲੀ ਭਾਲੀ ਸ਼ਖਸੀਅਤ ਦੇ ਤੌਰ 'ਤੇ ਹੈ ਨਾ ਪਰਮੰਨੇ ਜਾਂਦੇ ਹੋ ਕਿ ਹਾਂ ਇਹ ਬੰਦਾ ਜਿਹੜਾ ਲੇਖਕ ਵਾਲੀ ਕੈਟਾਗਰੀ 'ਚ ਆ ਗਿਆ। ਪਰ ਦੂਜੇ ਪਾਸੇ ਇਹ ਵੀ ਸੁਣਦੇ ਆ, ਕਹਿੰਦੇ ਵੀ ਲੇਖਕ ਤਾਂ ਫਾਕੇ ਕੱਟਣ ਲਈ ਮਜਬੂਰ ਹੁੰਦੇ ਆ, ਉਹਨਾਂ ਨੂੰ ਕੋਈ ਕਮਾਈ ਨਹੀਂ ਹੁੰਦੀ ਅਤੇ ਬਾਅਦ 'ਚੋਂ ਕੋਈ ਬਾਂਹ ਨਹੀਂ ਫੜਦਾ, ਅੱਜ ਕੱਲ੍ਹ ਕਿਤਾਬਾਂ ਨਹੀਂ ਵਿਕਦੀਆਂ, ਹੈ ਨਾ। ਇਹ ਵੀ ਸੱਚ ਨੇ ਨਾਲ ਨਾਲ ਜਿਹੜੇ ਜੁੜੇ ਹੋਏ ਨੇ। ਨਹੀਂ, ਲੇਖਕ ਨੂੰ ਕੋਈ ਬੜਾ ਤਰਸ ਦਾ ਪੱਤਰ ਪੜ੍ਹਨ ਦੀ ਲੋੜ ਨਹੀਂ ਕਿ ਉਹਦੀ ਕੋਈ ਬਾਂਹ ਫੜੇ, ਕਿਉਂ ਬਾਂਹ ਫੜੇ। ਹਾਂਜੀ, ਉਹ ਆਪਣਾ ਕੰਮ ਕਰੇ। ਬਿਲਕੁਲ। ਹੁਣ ਕੁੱਲ ਵਕਤੀ ਲਿਖਣ ਦਾ ਸ਼ਾਇਦ ਜ਼ਮਾਨਾ ਵੀ ਨਹੀਂ ਰਿਹਾ, ਕਦੇ ਵੀ ਨਹੀਂ ਸੀਗਾ। ਤੁਸੀਂ ਕਬੀਰ ਇਕੱਲੇ ਕਵੀ ਥੋੜ੍ਹੀ ਸੀਗੇ, ਉਹ ਆਪਣੀ ਕਿਰਤ ਕਰਦੇ ਸੀਗੇ ਅਤੇ ਗੁਰੂ ਨਾਨਕ ਆਪਣੀ ਕਿਰਤ ਕਰਦੇ ਸੀਗੇ। ਅਤੇ ਇਸ ਕਰਕੇ ਬਾਕੀ ਅੱਜ ਕੱਲ੍ਹ ਦੇ ਕਵੀਆਂ ਨੂੰ, ਲੇਖਕਾਂ ਨੂੰ ਵੀ ਇੱਦਾਂ ਦੀ ਕੋਈ ਛੁੱਟੀ ਜਾਂ ਛੋਟ ਦੀ ਤਵੱਕੋ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਆਪਣਾ ਕੰਮ ਮਿਹਨਤ ਨਾਲ ਕਰਨਾ ਚਾਹੀਦਾ ਅਤੇ ਬਾਕੀ ਆਪਣਾ ਲਿਖਣ ਨੂੰ ਜੇ ਉਹ ਜ਼ਿੰਮੇਵਾਰੀ ਸਮਝਦੇ ਤਾਂ ਇਹਨੂੰ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਣਾ ਚਾਹੀਦਾ। ਅਤੇ ਜੇ ਇਹਨੂੰ ਉਹਨਾਂ ਦਾ ਸ਼ੌਕ ਹੈ ਤਾਂ ਸ਼ੌਕ ਨੂੰ ਵਧੀਆ ਤਰੀਕੇ ਨਾਲ ਨਿਭਾਉਣਾ ਚਾਹੀਦਾ। ਅਤੇ ਜਦੋਂ ਕਹਿੰਦੇ ਵੀ ਸਾਡੀ ਕੋਈ ਬਾਂਹ ਫੜੇ ਜੀ, ਸਾਨੂੰ ਕੋਈ ਸਾਡੀ ਕੋਈ ਪਛਾਣ ਹੋਵੇ ਅਤੇ ਇਹ ਲੋੜ ਨਹੀਂ ਹੁੰਦੀ ਇਹਦੀ, ਇਹ ਤਵੱਕੋ ਕਰਨੀ ਖੋਟ ਵਾਲੀ ਗੱਲ ਆ। ਬਿਲਕੁਲ ਸਰ, ਦੂਸਰਾ ਸਵਾਲ ਵੀ ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਪੁੱਛਾਂ, ਜਦੋਂ ਆਪਾਂ ਕੋਈ ਵੀ ਕਿਤਾਬ ਪੜ੍ਹਦੇ ਹਾਂ ਹੈ ਨਾ, ਅੱਜ ਕੱਲ੍ਹ ਮੈਨੂੰ ਲੱਗਦਾ ਹੁੰਦਾ ਕਿ ਕੋਈ ਕਿਸੇ ਵੀ ਕਿਤਾਬ ਨੂੰ ਸਨਮਾਨ ਮਿਲਣ ਨਾਲੋਂ ਵੱਡੀ ਨਹੀਂ ਹੁੰਦੀ, ਕਿੰਨੇ ਪਾਠਕਾਂ ਦੇ ਮਨਾਂ ਤੱਕ ਉਹ ਪਹੁੰਚਦੀ ਹੈ ਕਿਤਾਬ, ਉਸ ਨਾਲ ਉਹਦਾ ਜਿਹੜਾ ਕੱਦ ਵੱਡਾ ਹੁੰਦਾ। ਪਿੱਛੇ ਜੇ ਇੱਕ ਕਿਤਾਬ ਬਾਰੇ ਤੁਸੀਂ ਲਿਖਦੇ ਹੋ ਕਿ ਜਦੋਂ ਬਲਰਾਜ ਸਿੱਧੂ ਹੁਣਾਂ ਨੇ ਇੱਕ ਨਾਵਲ ਲਿਖਿਆ ਹੈ ਨਾ, ਸ਼ਹੀਦ, ਜਿਹੜਾ ਕਿ ਉਹਨਾਂ ਨੇ ਅਮਰ ਚਮਕੀਲਾ ਅਤੇ ਉਹਨਾਂ ਦੀ ਜਿਹੜੀ ਪਤਨੀ, ਜਿਨ੍ਹਾਂ ਦਾ ਕਤਲ ਤੁਹਾਡੇ ਹੀ ਪਿੰਡ ਵਿੱਚ ਹੋਇਆ ਹੈ ਨਾ, ਮੈਸਮਪੁਰ ਦੇ ਵਿੱਚ ਹੋਇਆ, ਅਤੇ ਉਸ ਨਾਲ ਜੁੜੇ ਕੁਛ ਕੁ ਤੱਤ ਜਿਹੜੇ ਤੁਹਾਡਾ ਮਨ ਆ ਜਿਹੜਾ ਉਹਨਾਂ ਨੂੰ ਪ੍ਰਮਾਣਿਤ ਨਹੀਂ ਕਰ ਰਿਹਾ ਸੀ, ਤਾਂ ਤੁਸੀਂ ਉਸ ਬਾਰੇ ਇੱਕ ਰਿਵਿਊ ਲਿਖਦੇ ਹੋ। ਇਹੋ ਜਿਹਾ ਕੀ ਲੇਖਕਾਂ ਦੇ ਦਿਮਾਗ 'ਚ ਚੱਲਦਾ ਰਹਿੰਦਾ ਕਿ ਅਸੀਂ ਕਿਸੇ ਦੁਆਰਾ ਵੀ, ਬੇਸ਼ੱਕ ਅਸੀਂ ਜਾਣਦੇ ਹੁੰਦੇ ਹਾਂ ਕਿ ਜੋ ਬੰਦਾ ਉਸ ਚੀਜ਼ ਦਾ ਰਿਵਿਊ ਕਰ ਰਿਹਾ ਉਹ ਸਾਹਿਤਕ ਤੌਰ 'ਤੇ ਸਾਡੇ ਨਾਲੋਂ ਕਈ ਗੁਣਾ ਉੱਚਾ ਕੱਦ ਰੱਖਦਾ ਹਨ, ਤਾਂ ਉਹ ਇੱਕਦਮ ਬੁਖਲਾ ਜਾਂਦੇ ਨੇ। ਮੈਂ ਉਹਨਾਂ ਦੇ ਬਹੁਤ ਸਾਰੇ ਕਮੈਂਟਸ ਜਿਹੜੇ ਇਸ ਤਰੀਕੇ ਦੇ ਪੜ੍ਹਦੀ ਹਾਂ ਕਿ ਉਹ ਤੁਹਾਨੂੰ ਦੱਸਣਾ ਚਾਹੁੰਦੇ ਸੀ ਕਿ ਉਹ ਕਿੱਡੇ ਵੱਡੇ ਲੇਖਕ ਨੇ, ਹੈ ਨਾ। ਸਾਹਿਤਕਾਰ ਆਪਣੀ ਆਲੋਚਨਾ ਕਿਉਂ ਨਹੀਂ ਸਵੀਕਾਰ ਕਰ ਪਾ ਰਹੇ? ਇਹ ਤਾਂ ਮੇਰੇ ਖਿਆਲ ਮਨੁੱਖੀ ਫਿਤਰਤ ਆ। ਸਾਹਿਤਕਾਰ ਥੋੜ੍ਹਾ ਆਪਣੇ ਮੈਂ ਪ੍ਰਤੀ ਜ਼ਿਆਦਾ ਸੁਚੇਤ ਹੁੰਦਾ, ਉਹ ਕਿਉਂਕਿ ਉਹਦੀ ਇੱਕ ਆਈਡੈਂਟੀਟੀ ਇੱਕ ਬਣ ਜਾਂਦੀ ਆ, ਅਤੇ ਉਸ ਆਈਡੈਂਟੀਟੀ ਨੂੰ ਜਦੋਂ ਕਿਤੇ ਚੈਲੰਜ ਹੁੰਦਾ ਜਾਂ ਉਹਦੀ ਆਈਡੈਂਟੀਟੀ ਨੂੰ ਨਗੇਟ ਕੀਤਾ ਜਾਂਦਾ, ਫਿਰ ਉਦੋਂ ਗੁੱਸੇ 'ਚ ਆ ਜਾਂਦਾ ਜਾਂ ਇੱਦਾਂ ਦਾ ਕੁਛ ਕਰ ਲੈਂਦੇ। ਉਹ ਬਲਰਾਜ ਉਹਨਾਂ ਨੂੰ ਨਹੀਂ ਪਤਾ ਮੇਰੇ ਪਿੰਡ ਦੇ ਨਾਂ ਦੇ ਹੋਰ ਪਿੰਡ ਵੀ ਹੈਗੇ ਆ। ਅਸਲ ਵਿੱਚ ਉਹ ਘਟਨਾ ਸਾਡੇ ਪਿੰਡ ਦੀ ਸੀ, ਪਰ ਉਹਦੇ ਵਿੱਚ ਜਿਹੜੇ ਇਨਵੋਲਵਡ ਸੀਗੇ ਜਿਨ੍ਹਾਂ ਨੇ ਉਹ ਕਤਲ ਕੀਤਾ ਸੀ, ਉਹ ਹੋਰ ਮੈਸਮਪੁਰ ਦੇ ਸੀਗੇ, ਅਤੇ ਉਹ ਬਲਰਾਜ ਨੂੰ ਨਹੀਂ ਪਤਾ। ਅਤੇ ਉਹ ਪਰ ਬੰਦਾ ਜਿੱਦ ਕਰਦਾ ਹੁੰਦਾ, ਕਿਉਂਕਿ ਜਦੋਂ ਉਹਨੇ ਲਿਖ ਦਿੱਤਾ ਤਾਂ ਬੰਦੇ ਨੂੰ ਹੁੰਦਾ ਕਿ ਮੈਂ ਆਪਣੇ ਆਪ ਨੂੰ ਠੀਕ ਹੀ ਸਾਬਤ ਰੱਖਾਂ, ਚਾਹੇ ਉਹ ਕੋਈ ਖਾਸ ਗੱਲ ਨਹੀਂ ਹੈ। ਸਰ, ਜਦੋਂ ਵੀ ਆਪਾਂ ਪੰਜਾਬੀ ਸਾਹਿਤ ਦੀ ਹੈ ਨਾ ਗੱਲ ਕਰਦੇ ਹਾਂ, ਤਾਂ ਇੱਕ ਜਿਹੜੀ ਸਭ ਤੋਂ ਵੱਡੀ ਤਰਾਸਦੀ ਅੱਜ ਕੱਲ੍ਹ ਜਿਹੜਾ ਪਾਠਕ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ, ਇਹੀ ਹੈ ਕਿ ਕਿਸੇ ਵੀ ਨਾਵਲ ਨੂੰ ਇਤਿਹਾਸਿਕ ਨਾਵਲ ਕਹਿ ਕੇ ਹੈ ਨਾ ਛਾਪ ਦਿੱਤਾ ਜਾਂਦਾ, ਜਾਂ ਇਤਿਹਾਸਿਕ ਕੋਈ ਵੀ ਚੀਜ਼ ਆ ਜਿਹੜੀ ਉਹ ਕਹਿ ਕੇ ਛਾਪ ਦਿੱਤੀ ਜਾਂਦੀ ਹੈ, ਪਰ ਜਦੋਂ ਉਹਦੇ ਬਾਰੇ ਸਰਚ ਨਹੀਂ ਕੀਤੀ ਹੁੰਦੀ, ਉਹਦੇ ਬਾਰੇ ਜਿਹੜੇ ਤੱਥ ਨੇ ਉਹ ਸਹੀ ਨਹੀਂ ਹੁੰਦੇ, ਤਾਂ ਜਦੋਂ ਪਾਠਕਾਂ ਕੋਲ ਜਾਂਦੇ ਆ ਤਾਂ ਸਵਾਲ ਉੱਠਣੇ ਨੇ ਜਿਹੜੇ ਲਾਜ਼ਮੀ ਹੁੰਦੇ ਨੇ, ਹੈ ਨਾ। ਇਸੇ ਚੀਜ਼ 'ਚ ਬਹੁਤ ਸਾਰੇ ਜਿਹੜੇ ਨਾਵਲ ਨੇ ਪਿਛਲੇ ਦੌਰ 'ਚ ਛਪੇ ਨੇ, ਮੈਂ ਨਾਂ ਨਹੀਂ ਲੈਣਾ ਚਾਹੂੰਗੀ। ਹਾਂ, ਉਹਦਾ ਇੰਝ ਹੁੰਦਾ ਰੁਪਿੰਦਰ, ਇਤਿਹਾਸਕ ਨਾਵਲ ਜਿੱਦਾਂ ਜਿਹਦੀ ਤੁਸੀਂ ਗੱਲ ਵੀ ਕੀਤੀ ਆ, ਉਹਦੇ ਕੁਛ ਹੁੰਦੇ ਹਿਸਟੋਰੀਕਲ ਫੈਕਟਸ ਜਿਹੜੇ ਨੋਨ ਨੇ, ਹਿਸਟੋਰੀਕਲੀ ਨੋਨ ਨੇ, ਅਤੇ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਪਤਾ ਨਹੀਂ, ਜਿਹੜਾ ਉਹਦਾ ਬਰਤਾਂਤ ਆ, ਕੀ ਗੱਲਬਾਤ ਹੋਈ, ਪਤਾ ਨਹੀਂ ਹੈਗੀਆਂ। ਉਹ ਨਾਵਲ ਅਤੇ ਇਤਿਹਾਸਕ ਨਾਵਲ 'ਚ ਇਹੀ ਹੈ ਕਿ ਤੁਸੀਂ ਜਿਹੜੇ ਫੈਕਟ ਨੇ, ਜਿਹੜੇ ਬਿਲਕੁਲ ਤੱਥ ਨੇ, ਉਹਨਾਂ ਨੂੰ ਠੀਕ ਥਾਂ ਰੱਖੋ। ਬਾਕੀ ਜਿਹੜੀਆਂ ਚੀਜ਼ਾਂ ਖਾਲੀ ਥਾਵਾਂ ਨੇ ਉਹ ਤੁਸੀਂ ਆਪਣੇ ਫਿਕਸ਼ਨ ਨਾਲ ਭਰੋ। ਇਹ ਤਾਂ ਹੈਗੀ ਇਤਿਹਾਸਕ ਨਾਵਲ ਲਿਖਣ ਦੀ ਠੀਕ ਤਰੀਕਾ। ਅਤੇ ਜਦੋਂ ਅਸੀਂ ਫੈਕਟਸ ਨੂੰ ਵੀ ਗੜਬੜ ਕਰ ਲੈਂਦੇ ਹਾਂ ਕਿ ਨਾਵਲ ਦਾ ਨਾਂ ਦੇ ਕੇ, ਕਿ ਫਿਕਸ਼ਨ ਦਾ ਨਾਂ ਦੇ ਕੇ, ਕਿ ਜਿਹੜੇ ਨੋਨ ਫੈਕਟਸ ਨੇ ਉਹਨਾਂ ਨੂੰ ਅਸੀਂ ਅੱਖੋਂ ਉਹਲੇ ਕਰ ਦਈਏ ਜਾਂ ਉਹਨਾਂ ਤੋਂ ਕੰਟਰਾਡਿਕਟਰੀ ਚੀਜ਼ਾਂ ਕਰ ਦਈਏ, ਉਹ ਗਲਤ ਹੈਗੀ ਆ ਗੱਲ। ਕਿ ਫੈਕਟਸ ਨੂੰ ਕਾਇਮ ਰੱਖ ਕੇ ਤੁਸੀਂ ਬਾਕੀ ਆਪਣਾ ਤਾਣਾ ਬਾਣਾ ਬੁਣ ਸਕਦੇ ਆ। ਸ਼ਾਇਦ ਇਹ ਕੁਛ ਕੁਤਾਹੀਆਂ ਹੋਈਆਂ ਨੇ ਇਤਿਹਾਸਕ ਪਿਛਲੇ ਸਮੇਂ 'ਚ, ਅਤੇ ਜਿਹੜੀਆਂ ਨਹੀਂ ਸੀ ਹੋਣੀਆਂ ਚਾਹੀਦੀਆਂ। ਸਰ, ਜਦੋਂ ਮੈਂ ਤੁਹਾਡੀ ਇੱਕ ਇੰਟਰਵਿਊ ਸੁਣ ਰਹੀ ਸੀ, ਤੁਸੀਂ ਕਹਿੰਦੇ ਹੋ ਕਿ ਉਹ ਕੌਮ ਜਿਹੜੀ ਜ਼ਿਆਦਾ ਸ਼ਹੀਦੀਆਂ ਦਿੰਦੀ ਆ ਉਹਨੂੰ ਕੋਈ ਆਪਾਂ ਬਹੁਤੀ ਅਕਲਮੰਦ ਵਾਲੀ ਨਹੀਂ ਕਹਿ ਸਕਦੇ, ਹੈ ਨਾ। ਅਕਲਮੰਦ ਕੌਮ ਨਹੀਂ ਹੁੰਦੀ। ਜੇਕਰ ਮੈਂ ਆਪਣੀ ਕੌਮ ਦੀ ਗੱਲ ਕਰਾਂ, ਜਿਸ ਕੌਮ 'ਚੋਂ ਮੈਂ ਆਉਂਦੀ ਹਾਂ ਜਾਂ ਤੁਸੀਂ ਹੋ, ਹੈ ਨਾ,
1947 ਵੇਲੇ ਸਾਡੀ ਕਤਲੋਗਾਰ ਦਾ ਜਿਹੜੀ ਸਭ ਤੋਂ ਜ਼ਿਆਦਾ ਹੋਈ। ਦੇਸ਼ ਦੀ ਆਜ਼ਾਦੀ ਦੇ ਵਿੱਚ ਜੇ ਸ਼ਹੀਦੀਆਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਜਿਹੜੀ ਸਾਡੀ ਕੌਮ ਆ ਉਹ ਸਭ ਤੋਂ ਮੂਹਰੇ ਖੜੀ ਸੀ। ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ, ਪਿੱਛੇ ਜੇ 2-3 ਮਸਲੇ ਇਹੋ ਜਿਹੇ ਹੋ ਗਏ ਨੇ ਕਿ ਜਦੋਂ ਕਿਹਾ ਜਾਂਦਾ ਕਿ ਜਦੋਂ ਸਿੱਖ ਰੈਜੀਮੈਂਟ ਨੂੰ ਭੇਜਿਆ ਗਿਆ ਤਾਂ ਉਹ ਮਸਲਾ ਜਿਹੜਾ ਹੱਲ ਹੋ ਗਿਆ ਹੈ ਨਾ। ਜਸਵੰਤ ਸਿੰਘ ਜਫਰ ਉਹਨਾਂ ਨੂੰ ਇਹ ਕਿਉਂ ਲੱਗਦਾ ਹੈ ਕਿ ਜਿਹੜੀ ਕੌਮ ਜ਼ਿਆਦਾ ਸ਼ਹੀਦੀਆਂ ਦਿੰਦੀ ਆ ਉਹ ਇੰਨੀ ਸਿਆਣੀ ਕੌਮ ਨਹੀਂ ਹੁੰਦੀ? ਨਹੀਂ, ਮੈਂ ਇਹ ਨਹੀਂ ਕਿਹਾ, ਮੈਂ ਥੋੜਾ ਹੋਰ ਕੰਟੈਕਸਟ 'ਚ ਕਿਹਾ ਸੀ, ਮੈਂ ਥੋੜਾ ਸਪਸ਼ਟ ਕਰ ਦੇਵਾਂ। ਤੇ ਉਹ ਸੀ ਕਿ ਜਦੋਂ ਕ੍ਰਾਈਸਿਸ ਦਾ ਟਾਈਮ ਹੁੰਦਾ, ਜਦੋਂ ਕਿਸੇ ਜੱਦੋਜਹਿਦ ਦਾ ਸਮਾਂ ਹੁੰਦਾ, ਤੇ ਜਦੋਂ ਆਮ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤਾਂ ਫਿਰ ਕੁਝ ਜ਼ਿਆਦਾ ਸੈਂਸਿਟਿਵ ਲੋਕ ਹੁੰਦੇ ਆ, ਜ਼ਿਆਦਾ ਉਤਸ਼ਾਹ ਵਾਲੇ ਲੋਕ ਹੁੰਦੇ ਆ, ਉਹ ਆਪਣੇ ਵਿੱਤੋਂ ਬਾਹਰੀ ਜ਼ਿੰਮੇਵਾਰੀ ਨਿਭਾਉਣ ਪੈ ਜਾਂਦੇ ਆ। ਅਤੇ ਉਸ ਆਪਣੇ ਵਿੱਤੋਂ ਬਾਹਰੀ ਜ਼ਿੰਮੇਵਾਰੀ ਨਿਭਾਉਂਦਿਆਂ ਉਹ ਲੋਕ ਸ਼ਹੀਦੀਆਂ ਤੱਕ ਪਹੁੰਚ ਜਾਂਦੇ ਆ। ਅਤੇ ਜਿਹੜੇ ਭਾਈਚਾਰੇ 'ਚ ਜਿੰਨੇ ਵੱਧ ਸ਼ਹੀਦ ਹੋਇਆ, ਇਹਦਾ ਮਤਲਬ ਇਹ ਆ, ਇਸ ਗੱਲ ਦਾ ਇੰਡੀਕੇਟਰ ਆ ਕਿ ਉਸ ਭਾਈਚਾਰੇ ਦੇ, ਉਸ ਕੌਮ ਦੇ, ਉਸ ਦੇਸ਼ ਦੇ ਆਮ ਬੰਦੇ ਆਪਣੀ ਜ਼ਿੰਮੇਵਾਰੀ ਨਹੀਂ ਸੀ ਨਿਭਾ ਰਹੇ, ਤਾਂ ਕੁਛ ਲੋਕਾਂ ਨੂੰ ਹੱਦੋਂ ਵੱਧ ਜ਼ਿੰਮੇਵਾਰੀ ਨਿਭਾਉਣੀ ਪਈ ਅਤੇ ਉਹ ਸ਼ਹੀਦ ਹੋਏ। ਸਾਡੇ ਸ਼ਹੀਦਾਂ 'ਤੇ ਮਾਣ ਤਾਂ ਤੁਸੀਂ ਕਰ ਸਕਦੇ ਹੋ, ਪਰ ਨਾਲ ਦੀ ਨਾਲ ਸਾਡੇ ਬਾਰੇ ਅੱਛੀ ਸੂਚਨਾ ਨਹੀਂ ਹੈ। ਐਜ਼ ਅ ਸਿਟੀਜ਼ਨ ਮੇਰੇ ਬਾਰੇ ਅੱਛੀ ਸੂਚਨਾ ਨਹੀਂ ਹੈ। ਜੇ ਸਾਰੇ ਲੋਕ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਤਾਂ ਉਹਨਾਂ ਨੂੰ ਸ਼ਹੀਦੀਆਂ ਦੇਣੀਆਂ ਨਾ ਪੈਂਦੀਆਂ। ਜਾਂ ਕਹਿ ਲਓ, ਜਾਂ ਮੈਂ ਕਹਿੰਦਾ ਹੁੰਦਾ ਕਿ ਅਸੀਂ ਅੱਜ ਹੀ 15 ਅਗਸਤ ਆ, ਅਤੇ 15 ਅਗਸਤਾਂ ਨੂੰ, 26 ਜਨਵਰੀਆਂ ਨੂੰ ਅਸੀਂ ਅਕਸਰ ਕਹਿੰਦੇ ਹਾਂ ਵੀ ਸਾਡੇ ਬੜੇ ਸ਼ਹੀਦ ਹੋਏ ਜੀ, ਨਹੀਂ ਸਾਡਾ ਦੇਸ਼ ਆਜ਼ਾਦ ਕਰਾਇਆ ਜੀ, ਨਹੀਂ ਬੜੀਆਂ ਕੁਰਬਾਨੀਆਂ ਦਿੱਤੀਆਂ। ਠੀਕ ਆ, ਅਤੇ ਭਾਈ ਗੁਲਾਮ ਕਿਉਂ ਹੋਏ ਸੀ? ਆਜ਼ਾਦ ਤਾਂ ਉਹਨਾਂ ਨੇ ਕਰਾ ਦਿੱਤਾ ਸੀ, ਅਤੇ ਗੁਲਾਮ ਤਾਂ ਤੁਸੀਂ ਹੋਏ ਸੀ ਨਾ। ਉਹ ਕਿਉਂ ਹੋਏ ਸੀ? ਫਿਰ ਜਦੋਂ ਤੁਸੀਂ ਉਹ ਗੁਲਾਮ ਹੋਏ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿਉਂ ਹੋਏ ਸੀ, ਕਿ ਅਸੀਂ ਆਪਣੀ ਜਾਤ ਪਾਤ ਕਰਕੇ ਗੁਲਾਮ ਹੋਏ, ਅਸੀਂ ਵਿਤਕਰੇ ਕਰਕੇ ਗੁਲਾਮ ਹੋਏ, ਅਸੀਂ ਆਪਣੇ ਮਿਹਨਤ ਜ਼ਿੰਮੇਵਾਰ ਨਾ ਹੋਣ ਕਰਕੇ ਗੁਲਾਮ ਹੋਏ। ਫਿਰ ਅਗਲਾ ਸਵਾਲ ਹੋ ਜਾਂਦਾ ਵੀ ਕਿ ਹੁਣ ਤੁਸੀਂ ਉਹ ਗੱਲਾਂ ਸਾਰੀਆਂ ਛੱਡਤੀਆਂ। ਫਿਰ ਸਾਨੂੰ ਚੇਤਾ ਆਉਂਦਾ ਵੀ ਛੱਡੀਆਂ ਤਾਂ ਅਸੀਂ ਅਜੇ ਵੀ ਨਹੀਂ। ਅਤੇ ਫਿਰ ਸਾਨੂੰ ਕਹਿਣਾ ਪੈਂਦਾ ਸਾਡੀ ਆਜ਼ਾਦੀ ਨਹੀਂ ਵਧੀਆ, ਸਾਡੀ ਆਜ਼ਾਦੀ ਪੂਰੀ ਨਹੀਂ ਹੈਗੀ। ਅਤੇ ਕਿਉਂਕਿ ਅਸੀਂ ਬੰਦੇ ਠੀਕ ਨਹੀਂ ਹੈਗੇ, ਅਸੀਂ ਸਾਡੇ ਠੀਕ ਨਾ ਹੋਣਾ ਇੰਡੀਕੇਟਰ ਆ ਕਿ ਸਾਡੇ ਸ਼ਹੀਦ ਬਹੁਤੇ ਹੋਏ। ਅਤੇ ਇਸ ਕਰਕੇ ਉਹ ਸ਼ਹੀਦ ਤਾਂ ਮਹਾਨ ਹੋਏ, ਪਰ ਦੂਜਾ ਸੀ ਉਹਨਾਂ ਦੀ ਮਹਾਨਤਾ 'ਤੇ ਆਪਣੀ ਗੁਜ਼ਰ ਬਸਰ ਕਰਨੀ ਚਾਹੁੰਦੇ ਹੁੰਦੇ ਆ ਵੀ ਸਾਡੇ ਸ਼ਹੀਦ ਮਹਾਨ ਹੋਏ, ਸਾਡੇ ਗੁਰੂ ਮਹਾਨ ਹੋਏ, ਇਸ ਕਰਕੇ ਅਸੀਂ ਆਟੋਮੈਟਿਕਲੀ ਬਾਏ ਡਿਫਾਲਟ ਹੀ ਮਹਾਨ ਆ। ਇਹ ਨਹੀਂ ਚੱਲੇਗਾ। ਤੁਹਾਨੂੰ ਸਿੱਧ ਕਰਨਾ ਪਏਗਾ ਕਿ ਤੁਹਾਡੇ 'ਚ ਵੀ ਕੋਈ ਦਮਖਮ ਹੈ, ਤੁਸੀਂ ਵੀ ਕੋਈ ਸਿਆਣੇ ਲੋਕ ਹੋ, ਤੁਸੀਂ ਵੀ ਕੋਈ ਚੰਗੇ ਕੰਮ ਕਰਨ ਵਾਲੇ ਲੋਕ ਹੋ, ਅਤੇ ਤੁਸੀਂ ਵੀ ਕੁਝ ਕੁਰਬਾਨੀ ਕਰ ਸਕਦੇ ਹੁੰਦੇ। ਅਸੀਂ ਆਪੋ ਆਪਣੇ ਹਿੱਸੇ ਦੀ ਕੁਰਬਾਨੀ ਆਮ ਬੰਦਾ ਨਹੀਂ ਕਰਦਾ। ਅਤੇ ਅੱਜ ਦੇ ਹੁਣ ਤਾਂ ਸ਼ਹੀਦੀਆਂ ਦਾ ਦੌਰ ਨਹੀਂ ਹੈ, ਅਤੇ ਪਰ ਸਾਨੂੰ ਆਪੋ ਆਪਣੇ ਹਿੱਸੇ ਦੀ ਸ਼ਹੀਦੀ ਦੇਣੀ ਚਾਹੀਦੀ ਆ। ਆਪੋ ਆਪਣੇ ਹਿੱਸੇ ਦੀ ਕਹਿਣ ਦਾ ਮਤਲਬ ਸਮਾਜਿਕ ਪੱਧਰ 'ਤੇ, ਧਾਰਮਿਕ ਤੌਰ 'ਤੇ, ਜਾਂ ਇੱਕ ਨਾਗਰਿਕ ਦੇ ਤੌਰ 'ਤੇ ਸਾਨੂੰ ਆਪੋ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਆ। ਉਹ ਜ਼ਿੰਮੇਵਾਰੀ ਨਾ ਚੱਕਣਾ ਹੀ ਕੁਝ ਲੋਕਾਂ ਨੂੰ ਸ਼ਹੀਦ ਕਰਦਾ ਆ। ਬਿਲਕੁਲ, ਇਹ ਸੀਗਾ ਮੇਰਾ ਕੰਟੈਕਸਟ। ਇਹਨੂੰ ਸਵਾਲ ਨੂੰ ਮੈਂ ਹਲੇ ਅੱਗੇ ਤੋਰਨਾ ਚਾਹੁੰਦੀ ਸੀ। ਤੁਸੀਂ ਮਤਲਬ ਉਹਦੇ 'ਚ ਜਿਹੜਾ ਤੁਹਾਡਾ ਲਾਸਟ ਗੱਲ ਇਹ ਸੀਗੀ ਕਿ ਹੁਣ ਵਾਕਈ ਤੁਸੀਂ ਜਿਵੇਂ ਹੁਣੇ ਕਿਹਾ ਕਿ ਸ਼ਹੀਦੀਆਂ ਦਾ ਦੌਰ ਨਹੀਂ ਹੈ ਨਾ। ਮੈਂ ਪਿੱਛੇ ਜੇ ਗੁਰਭਜਨ ਸਿੰਘ ਗਿੱਲ ਸਰ ਉਹਨਾਂ ਨੂੰ ਮਿਲੀ, ਉਹਨਾਂ ਦਾ ਵੀ ਕਹਿਣਾ ਸੀ ਕਿ ਹੁਣ ਜਿਹੜੀ ਇਹ ਚੀਜ਼ ਉਹ ਡਾਇਲੋਗ ਬੇਸਡ ਹੈ, ਕਿ ਤੁਸੀਂ ਗੱਲਬਾਤ ਦੇ ਜ਼ਰੀਏ ਬਹੁਤ ਸਾਰੇ ਜਿਹੜੇ ਮਸਲੇ ਨੇ ਉਹ ਸੁਲਝਾ ਸਕਦੇ ਹੋ। ਪਰ ਜੇ ਮੈਂ ਨਜ਼ਰ ਮਾਰਾਂ ਤਾਂ ਪਿਛਲੇ 15 ਸਾਲ ਦੀ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਡਾਇਲੋਗ ਬੇਸਡ ਕੋਈ ਵੀ ਮਸਲਾ ਜਿਹੜਾ ਹਾਲੇ ਤੱਕ ਸੁਲਝਿਆ, ਚਾਹੇ ਉਹ ਨਸ਼ੇ ਦਾ ਹੈ, ਚਾਹੇ ਉਹ ਯੂਥ ਨਾਲ ਰਿਲੇਟਡ ਕੋਈ ਵੀ ਚੀਜ਼ਾਂ ਨੇ ਜਿਹੜੀਆਂ ਹੈ ਨਾ। ਕਿਉਂਕਿ ਇਸ ਟਾਈਮ ਪੰਜਾਬ ਦੀ ਯੂਥ ਆ ਜਿਹੜੀ ਬਹੁਤ ਜ਼ਿਆਦਾ ਸਫਰ ਕਰ ਰਹੀ ਆ। ਉਹਦੇ ਵਿੱਚ ਸਭ ਤੋਂ ਵੱਡਾ ਇੱਕ ਜਿਹੜਾ ਮੁੱਦਾ ਤੁਸੀਂ ਚੁੱਕਿਆ ਸੀ ਕਿ ਲੁਧਿਆਣੇ ਦਾ ਜਿਹੜਾ ਹੈ ਨਾ ਬੁੱਢਾ ਨਾਲਾ ਹੈ, ਉਹਦੀ ਹਾਲਤ ਹੈ ਜਿਹੜੀ, ਉਹਦੇ ਬਾਰੇ ਇੱਕ ਬੜੀ ਡਾਕੂਮੈਂਟਰੀ ਤੁਹਾਡੀ ਬਣਾਈ ਹੋਈ ਜਿਹੜੀ ਮੈਂ ਕੱਲ੍ਹ ਪਰਸੋਂ ਹੀ ਬੈਠ ਕੇ ਸੁਣ ਰਹੀ ਸੀ। ਜਿਹੜੀਆਂ ਸਰਕਾਰਾਂ ਦੇ ਕੰਨ ਇਸ ਕਦਰ ਬੰਦ ਨੇ ਕਿ ਉਹਨਾਂ ਨੂੰ ਜਨਤਾ ਦੇ ਵਿੱਚ ਕੀ ਹੋ ਰਿਹਾ, ਉਹਨਾਂ ਨੂੰ ਵੋਟਾਂ ਪਾਉਣ ਵਾਲੇ ਲੋਕ ਉਹਨਾਂ ਤੋਂ ਕੀ ਉਮੀਦਾਂ ਕਰਦੇ ਨੇ, ਉਹਨਾਂ ਦੇ ਕੰਨ ਇਸ ਕਦਰ ਬੰਦ ਨੇ ਕਿ ਡਾਇਲੋਗ ਬੇਸਡ ਚੀਜ਼ਾਂ ਨੇ ਜਿਹੜੀਆਂ ਉਹਨਾਂ ਤੱਕ ਪਹੁੰਚ ਨਹੀਂ ਰਹੀਆਂ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਵਾਕਈ ਉਸ ਜੋਸ਼ ਦੀ ਲੋੜ ਹਜੇ ਵੀ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਸ਼ਹੀਦੀਆਂ ਦਾ ਨਾਮ ਦਿੰਦੇ ਹਾਂ? ਉਸ ਪ੍ਰੋਟੈਸਟ ਦੀ ਜ਼ਰੂਰਤ ਹੈ, ਉਸ ਪੱਧਰ ਦੀਆਂ ਗੱਲਾਂ ਦੀ ਜ਼ਰੂਰਤ ਹੈ। ਹਾਂ, ਬਹੁਤ ਮਹੱਤਵਪੂਰਨ ਇਹ ਹੁੰਦਾ ਕਿ ਸ਼ਹੀਦੀ ਕੌਣ ਦੇ ਰਿਹਾ, ਉਹ ਵਿਚਾਰਧਾਰਕ ਤੌਰ 'ਤੇ ਕਿੱਥੇ ਖੜਾ। ਜੇ ਸਾਡਾ ਵਿਚਾਰ ਹੀ ਕੋਈ ਨਹੀਂ ਹੈ, ਸਾਡੀ ਸੋਚ ਸਮਝ ਕੋਈ ਨਹੀਂ, ਫਿਰ ਤਾਂ ਸ਼ਹੀਦੀ ਤੇ ਤੁਹਾਡੀ ਖੁਦਕਸ਼ੀ 'ਚ ਕੋਈ ਫਰਕ ਨਹੀਂ ਹੈ। ਠੀਕ ਹੈ ਜੀ। ਦੂਜਾ, ਆਮ ਬੰਦਾ ਜਿਹਨੂੰ ਤੁਸੀਂ ਕਹਿੰਦੇ ਆ, ਆਮ ਬੰਦਾ ਜੇ ਇਸ ਗੱਲ 'ਤੇ ਖੁਸ਼ ਹੋ ਜਾਂਦਾ ਕਿ ਮੈਂ MLA ਨਾਲ ਫੋਟੋ ਖਿਚਾ ਲਈ, ਮੰਤਰੀ ਮੇਰੇ ਭਾਪੇ ਦੇ ਭੋਗ 'ਤੇ ਆ ਗਿਆ, ਉਹਦੀ ਇੰਨੀ ਗੱਲ ਨਾਲ ਹੀ ਤਸੱਲੀ ਹੋਈ ਜਾਂਦੀ, ਤਾਂ ਉਹਨਾਂ ਨੇ ਕਾਹਦੇ ਲਈ ਕਿਸੇ ਲਈ ਕੁਛ ਕਰਨਾ। ਜੇ ਉਹ ਤੁਹਾਨੂੰ
ਤੁਹਾਡੇ ਟੱਬਰ ਦੀਆਂ 20 ਵੋਟਾਂ ਆ ਤੇ ਤੁਹਾਨੂੰ ਫਰਿੱਜ ਦੇ ਕੇ ਤੇ ਤੁਹਾਨੂੰ ਮੋਟਰਸਾਈਕਲ ਦੇ ਕੇ ਤੁਹਾਡੀਆਂ ਵੋਟਾਂ ਬਟੋਰ ਸਕਦਾ, ਤੇ ਉਹਨੇ ਕਾਹਦੇ ਲਈ ਚੰਗਾ ਕੰਮ ਕਰਨਾ। ਇਹ ਨਾ ਕੁੱਲ ਮਿਲਾ ਕੇ ਜਿਹੜੀ ਜਨਰਲ ਲੋਕਾਂ ਦਾ ਇੰਟਲੈਕਟ ਆ ਜਾਂ ਕੱਲ ਜਨਰਲ ਬੁੱਧੀਮਾਨੀ ਆ, ਉਹਦੇ ਵਿੱਚ ਅਸੀਂ ਬਹੁਤ ਪਿੱਛੇ ਚਲੇ ਗਏ, ਸਾਡੀ ਵਿੱਦਿਆ ਬਹੁਤ ਪਿੱਛੇ ਚਲੇ ਗਈ। ਅਤੇ ਜਦੋਂ ਤੁਸੀਂ ਕਹਿੰਦੇ ਕਿ ਸਾਡਾ ਦੇਸ਼ ਤਾਂ ਜੀ ਸੋਨੇ ਦੀ ਚਿੜੀ ਹੁੰਦਾ ਸੀ, ਜਦੋਂ ਤੁਹਾਡਾ ਦੇਸ਼ ਸੋਨੇ ਦੀ ਚਿੜੀ ਹੁੰਦਾ ਸੀ ਉਦੋਂ ਤੁਹਾਡੀਆਂ ਯੂਨੀਵਰਸਿਟੀਆਂ 'ਚ ਯੂਰਪ ਤੋਂ ਲੋਕ ਪੜ੍ਹਨ ਆਉਂਦੇ ਹੁੰਦੇ ਸੀ। ਤੁਹਾਡੀ ਉਦੋਂ ਨਾਲੰਦਾ ਯੂਨੀਵਰਸਿਟੀ ਕਿੱਥੇ ਸੀ, ਤੁਹਾਡੀ ਉਦੋਂ ਟੈਕਸਲਾ ਯੂਨੀਵਰਸਿਟੀ ਕਿੱਥੇ ਸੀ, ਉਹ ਕਮਾਲ ਦੇ ਇੰਸਟੀਟਿਊਸ਼ਨ ਸੀ। ਅਤੇ ਹੁਣ ਤੁਹਾਡੇ ਨਿਆਣੇ ਸਧਾਰਨ ਗ੍ਰੈਜੂਏਸ਼ਨ ਕਰਨ ਲਈ ਬਾਹਰ ਜਾਂਦੇ ਆ। ਮਤਲਬ ਅਸੀਂ ਆਪਣੀ ਵਿੱਦਿਆ ਨੂੰ ਤਹਿਸ ਨਹਿਸ ਕਰ ਲਿਆ। ਜਿੱਦਾਂ ਦੀ ਜਿਹੜੀ ਭਾਈਚਾਰੇ ਦੀ ਵਿੱਦਿਆ ਤਹਿਸ ਨਹਿਸ ਹੋ ਜਾਵੇ, ਉਹ ਬੰਦੇ ਸਹਿਜੇ ਸਹਿਜੇ ਉਹ ਜੱਡ ਹੋਣ ਲੱਗ ਜਾਣ, ਅਤੇ ਉਹਨਾਂ ਦਾ ਜੋਸ਼ ਅਤੇ ਉਹਨਾਂ ਦੀਆਂ ਕੁਰਬਾਨੀਆਂ ਕੋਈ ਬਹੁਤਾ ਖੋਹਦੀਆਂ ਨਹੀਂ ਹੁੰਦੀਆਂ, ਕਿਉਂਕਿ ਉਹਦੇ ਪਿੱਛੇ ਜਿਹੜੀ ਸ਼ਕਤੀ ਹੁੰਦੀ ਆ ਉਹ ਵਿਚਾਰਧਾਰਾ ਦੀ ਹੁੰਦੀ ਆ। ਜਿਹਨਾਂ ਸ਼ਹੀਦਾਂ ਦੀ ਤੁਸੀਂ ਇੱਜ਼ਤ ਕਰਦੇ ਹੋ, ਕਦਰ ਕਰਦੇ ਹੋ, ਅਸਲ ਵਿੱਚ ਤੁਸੀਂ ਉਹ ਦੇਖੋ ਕਿ ਉਹਨਾਂ ਦੇ ਪਿੱਛੇ ਇੱਕ ਆਈਡੀਓਲੋਜੀ ਸੀ ਕਿ ਇੱਕ ਮਾਰਗ ਇੰਪੋਰਟੈਂਟ ਸੀ, ਕਿਹੜੇ ਮਾਰਗ 'ਤੇ ਚੱਲ ਕੇ ਸ਼ਹੀਦ ਹੋਏ। ਅਤੇ ਜੇ ਤੁਹਾਡਾ ਮਾਰਗ ਕੋਈ ਨਹੀਂ, ਤੁਸੀਂ ਵੈਸੇ ਹੀ ਆ, ਫਿਰ ਤਾਂ ਕੋਈ ਬੰਦਿਆਂ ਦੇ ਮਨ ਅਤੇ ਜਾਨਵਰਾਂ ਦੇ ਮਨ 'ਚ ਕੋਈ ਫਰਕ ਨਹੀਂ ਹੈ। ਸਰ, ਇੱਕ ਪ੍ਰਤੀਕਿਰਿਆ ਸੀ ਤੁਹਾਡੀ ਬਹੁਤ ਸਮਾਂ ਪਹਿਲਾਂ ਦੀ, ਸਾਲ ਦੋ ਪਹਿਲਾਂ ਦੀ, ਕਿ ਜਿਹੜੇ ਇਸੇ ਤਰੀਕੇ ਦੇ ਗਾਣੇ ਆਉਂਦੇ ਆ ਕਿ ਜਿਨ੍ਹਾਂ ਦੇ ਵਿੱਚ ਜ਼ਿਆਦਾ ਜਿਹੜੀ ਅਹਿਮੀਅਤ ਆ ਮੁੰਡੇ ਨੂੰ ਦਿੱਤੀ ਜਾਂਦੀ ਹੈ। ਤੁਸੀਂ ਇੱਕ ਗਾਣੇ ਦਾ ਨਾਂ ਵੀ ਲਿਖਦੇ ਹੋ ਹੈ ਨਾ, ਕਿ ਜਦੋਂ ਚੁੱਕਿਆ ਕਰੇਂਗੇ ਜਦੋਂ ਮੁੰਡਾ ਜੱਟ ਦਾ, ਜਾਂ ਇਹੋ ਜਿਹੇ ਬਹੁਤ ਸਾਰੇ ਗਾਣੇ ਹੁੰਦੇ ਆ ਕਿ ਚਲੋ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂ। ਉਹਦੇ 'ਤੇ ਤੁਸੀਂ ਓਬਜੈਕਸ਼ਨ ਕਰਦੇ ਹੋ ਨਾ ਕਿ ਗਾਣਿਆਂ ਦੇ ਵਿੱਚ ਜਾਂ ਸਾਡੀਆਂ ਅਸੀਸਾਂ ਦੇ ਵਿੱਚ ਸਿਰਫ ਮੁੰਡਿਆਂ ਦਾ ਦਰਜਾ ਹੀ ਕਿਉਂ ਉੱਚਾ, ਕੁੜੀਆਂ ਦਾ ਕਿਉਂ ਨਹੀਂ। ਪਰ ਨਾਲ ਦੀ ਨਾਲ ਜੇ ਮੈਂ ਪ੍ਰੈਜ਼ੈਂਟ ਟਾਈਮ ਦੀ ਗੱਲ ਕਰਾਂ, ਮੈਂ ਵੀ ਇੱਕ ਔਰਤ ਹਾਂ ਹੈ ਨਾ, ਸੋਸ਼ਲ ਮੀਡੀਆ 'ਤੇ ਕਹਿ ਲਵਾਂ ਜਾਂ ਹੋਰ ਬਹੁਤ ਸਾਰੇ ਜਿਹੜੇ ਚਿੰਤਕ ਲੋਕ ਨੇ ਉਹ ਇਸ ਚੀਜ਼ ਪ੍ਰਤੀ ਹੁਣ ਚਿੰਤਤ ਹੋ ਰਹੇ ਨੇ ਕਿ ਜਿਹੜਾ ਇੱਕ ਫੈਮਿਨਿਜ਼ਮ ਦਾ ਦੌਰ ਚੱਲਿਆ ਹੈ ਨਾ, ਜਿੱਥੇ ਕੁੜੀਆਂ ਨੇ ਜਿਹੜੀਆਂ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋ ਕੇ ਸਿਰਫ ਇੱਕ ਮਰਦਾਵੇਂ ਸਮਾਜ ਦੇ ਉੱਪਰ ਹਾਵੀ ਹੋਣ ਦੀ ਇੱਕ ਝੰਡਾ ਹੈ ਜਿਹੜਾ ਉਹ ਹੱਥ ਦੇ ਵਿੱਚ ਚੁੱਕ ਕੇ ਖੜੀਆਂ ਨੇ ਹੈ ਨਾ। ਇੱਕ ਤਰ੍ਹਾਂ ਨਾਲ ਜਿਹੜਾ ਸਮਾਜਿਕ ਢਾਂਚਾ ਉਹ ਗੜਬੜ ਹੋ ਰਿਹਾ, ਕਿਉਂਕਿ ਅਸੀਂ ਮਰਦ ਔਰਤ 'ਤੇ ਹਾਵੀ ਹੋਣਾ ਚਾਹੁੰਦਾ, ਔਰਤ ਹੈ ਜਿਹੜੀ ਮਰਦ 'ਤੇ ਹਾਵੀ ਹੋਣਾ ਚਾਹੁੰਦੀ ਹੈ ਨਾ। ਬੜੀ ਹੈਰਾਨੀ ਹੁੰਦੀ ਹੈ ਕਿ ਕੋਈ ਵੀ ਲੇਖਕ ਜਦੋਂ ਔਰਤ ਦੇ ਹੱਥ ਦੇ ਪੱਖ ਦੇ ਵਿੱਚ ਖੜਦਾ ਹੈ, ਪਰ ਫਿਰ ਜਦੋਂ ਮਰਦ 'ਤੇ ਗੱਲ ਆਉਂਦੀ ਉਹ ਨਹੀਂ ਖੜਦਾ। ਮੈਨੂੰ ਲੱਗਦਾ ਹੁੰਦਾ ਕਿ ਲੇਖਕ ਆ ਜਿਹੜਾ ਉਹ ਸੇਫ ਸਾਈਡ ਪਲੇ ਕਰਨਾ ਚਾਹੁੰਦਾ ਹੈ ਕਿ ਇੱਕੋ ਹੀ ਜਿਹੜੀ ਇਮੋਸ਼ਨਲ ਸਾਈਡ ਹੈ। ਆਪਾਂ ਇੱਕ ਵਾਰੀ ਮੈਂ ਕਿਸੇ ਗੱਡੀ ਦੇ ਪਿੱਛੇ ਪੜ੍ਹਿਆ ਸੀ, ਲਿਖਿਆ ਸੀ ਸਭ ਫੜੇ ਜਾਣਗੇ ਹੈ ਨਾ, ਸਭ ਫੜੇ ਜਾਣਗੇ, ਦੋ ਹੀ ਸ਼ਬਦ ਆ। ਇਹ ਮੈਨੂੰ ਬੜੀ ਮਹੱਤਵਪੂਰਨ ਕਵਿਤਾ ਲੱਗਦੀ ਆ। ਅਤੇ ਅਸੀਂ ਕਿੰਨਾ ਮਰਜ਼ੀ ਆਪਣੀਆਂ ਗੱਲਾਂ ਦੇ ਓਹਲੇ 'ਚ, ਆਪਣੀਆਂ ਕਵਿਤਾਵਾਂ ਦੇ ਓਹਲੇ 'ਚ ਹੋ ਲਈਏ, ਅਤੇ ਤੁਸੀਂ ਪ੍ਰਗਟ ਹੋਏ ਬਿਨਾਂ ਰਹਿ ਨਹੀਂ ਸਕਦੇ। ਅਤੇ ਮੈਂ ਤਾਂ ਇੱਕ ਕਵਿਤਾ ਵੀ ਲਿਖੀ ਸੀ ਕਿ ਜੇ ਤੂੰ ਮਾਂ ਦੀ ਗਾਲ ਕੱਢੀ ਆ, ਧੀ ਦੀ ਗਾਲ ਕੱਢੀ, ਭੈਣ ਦੀ ਗਾਲ ਕੱਢੀ, ਤਾਂ ਤੇਰੀਆਂ ਕੁੜੀਆਂ ਦੇ ਹੱਕ 'ਚ ਲਿਖੀਆਂ ਕਵਿਤਾਵਾਂ ਦਾ ਕੋਈ ਮਤਲਬ ਨਹੀਂ ਹੈ। ਅਤੇ ਉਹ ਪਤਾ ਲੱਗ ਜਾਂਦਾ, ਤੁਹਾਨੂੰ ਪਤਾ ਲੱਗ ਜਾਂਦਾ। ਅਤੇ ਬਾਕੀ ਆਪਣੇ ਆਪ ਨੂੰ ਚੰਗਾ ਬਣਨ ਦਾ, ਬਣਾਉਣ ਦਾ ਤਾਂ ਚਾਅ ਹੁੰਦਾ ਹੀ ਆ ਸਾਰਿਆਂ ਨੂੰ, ਅਤੇ ਦੇਖਣ ਵਾਲਿਆਂ ਨੂੰ ਵਧੀਆ ਲੱਗੇ, ਔਰਤਾਂ ਦੇ ਹੱਕ 'ਚ ਬੋਲੋ ਤਾਂ ਬੜਾ ਨਿਆਂ ਸੰਗਕ ਬੰਦਾ ਲੱਗਦਾ। ਅਤੇ ਪਰ ਉਹ ਫੜੇ ਜਾਂਦੇ ਹੁੰਦੇ ਆ ਬੰਦੇ। ਅਤੇ ਦੂਜੀ ਰਹੀ ਗੱਲ ਬਰਾਬਰੀ ਦੀ, ਦੋਨੇ ਧਿਰਾਂ ਦੀ, ਪੁਰਸ਼ ਦੀ, ਇਸਤਰੀ ਦੇ, ਇਹਨਾਂ ਦੇ ਆਪਣੇ ਗੁਣ ਨੇ, ਆਪਣੀ ਸੁਭਾਅ ਨੇ, ਆਪਣੀ ਤਾਸੀਰ ਆ, ਉਹ ਆਪੋ ਆਪਣੇ ਥਾਈਂ ਕਾਇਮ ਰਹਿਣੇ ਚਾਹੀਦੇ ਆ। ਅਤੇ ਜੇ ਇੱਕ ਦੀ ਡੋਮੀਨੈਂਸ ਦਾ ਜਵਾਬ ਦੂਜੇ ਦੀ ਡੋਮੀਨੈਂਸ ਨਾਲ ਹੀ ਦੇਣਾ, ਫਿਰ ਤਾਂ ਤੁਸੀਂ ਇੱਕ ਵਿਗਾੜ ਛੱਡਿਆ ਦੂਜਾ ਵਿਗਾੜ ਪਾ ਲਿਆ, ਕੋਈ ਉਹਦਾ ਕੋਈ ਲਾਭ ਨਹੀਂ ਹੈ। ਅਸਲ ਬਾਤ ਤਾਂ ਤੁਹਾਡੀ ਕੋਆਪਰੇਸ਼ਨ ਨਾਲ ਹੀ ਚੱਲੇਗੀ, ਇੱਕ ਦੂਜੇ ਨੂੰ ਮਾਨਤਾ ਦੇਣ ਨਾਲ ਹੀ ਚੱਲੇਗੀ। ਅਤੇ ਆਮ ਤੌਰ 'ਤੇ ਨਹੀਂ ਤਾਂ ਬੀਬੀਆਂ ਕਹਿੰਦੀਆਂ ਰਹਿੰਦੀਆਂ ਮਰਦ ਜਾਤ ਐਂ ਹੁੰਦੀ ਆ, ਅਤੇ ਮਰਦ ਜਾਤ ਵਾਲੇ ਕਹੀ ਜਾਂਦੇ ਔਰਤ ਜਾਤ ਐਂ ਹੁੰਦੀ ਆ। ਖੇਡੀ ਜਾਓ ਇਹ ਗੇਮ, ਇਹ 'ਚੋਂ ਕੋਈ ਲਾਭ ਨਹੀਂ ਹੈ। ਅਤੇ ਲਾਭ ਤਾਂ ਤੁਹਾਨੂੰ ਇੱਕ ਦੂਜੇ ਨੂੰ ਪ੍ਰਵਾਨ ਕਰਨਾ ਚਾਹੀਦਾ। ਬਿਲਕੁਲ, ਬੇਸ਼ੱਕ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਕਿ ਔਰਤਾਂ ਨੇ ਜਿਹੜਾ ਹੁਣ ਤੱਕ ਇੰਨਾ ਤਸ਼ੱਦਦ ਸਹਿਆ, ਚਾਹੇ ਕਿਸੇ ਵੀ ਰੂਪ 'ਚ ਆਓ, ਚਾਹੇ ਘਰਾਂ ਦੇ ਵਿੱਚ ਆ, ਚਾਹੇ ਸੜਕਾਂ 'ਤੇ ਆ, ਚਾਹੇ ਬਾਹਰ ਆ, ਰੋਜ਼ ਅਸੀਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸੁਣਦੇ ਹਾਂ। ਪਰ ਫਿਰ ਵੀ ਅਸੀਂ ਸ਼ਾਇਦ ਇਹ ਮੰਨਣ ਲਈ ਤਿਆਰ ਨਹੀਂ ਕਿ ਔਰਤ ਅਤੇ ਮਰਦ ਜਿਹੜੇ ਦੋਨੇ ਇੱਕ ਦੂਜੇ ਬਿਨਾਂ ਅਧੂਰੇ ਨੇ, ਅਤੇ ਸਮਾਜ ਜਿਹੜਾ ਰਲ ਕੇ ਇਹਨਾਂ ਨਾਲ ਹੀ ਚੱਲਦਾ। ਇਹ ਔਰਤ ਅਤੇ ਮਰਦ ਦੋਵਾਂ ਨੂੰ ਸਮਝਣਾ ਪੈਣਾ। ਬਹੁਤ ਸਾਰੇ ਪੱਖ ਨੇ ਤੁਹਾਡੀ ਸ਼ਖਸੀਅਤ 'ਤੇ ਹੈ ਨਾ। ਜਦੋਂ ਤੋਂ ਤੁਹਾਨੂੰ ਮਿਲਣਾ ਹੁੰਦਾ ਜਾਂ ਫਿਰ ਤੁਹਾਨੂੰ ਪੜ੍ਹਦੇ ਹਾਂ ਤਾਂ ਲੱਗਦਾ ਹੁੰਦਾ ਕਿ ਜਸਵੰਤ ਸਿੰਘ ਜਫਰ ਬੇਹੱਦ ਸੰਜੀਦਾ ਜੀ ਸ਼ਖਸੀਅਤ ਨੇ। ਬਿਲਕੁਲ ਪਾਤਰ ਸਾਹਿਬ ਦੀ ਝਲਕ ਪੈਂਦੀ ਹੈ ਤੁਹਾਡੇ 'ਚੋਂ ਕਿ ਬਹੁਤ ਠਰੱਮੇ ਨਾਲ, ਸਾਦਗੀ ਨਾਲ ਬੋਲਣ ਵਾਲੇ ਹੈ ਨਾ। ਕਦੇ ਕਦੇ ਤੁਹਾਡੇ ਅੰਦਰਲਾ ਇੱਕ ਬੱਚਾ ਵੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਵਾਲ 'ਤੇ ਸ਼ੇਅਰ ਕਰਦੇ ਹੋ ਹੈ ਨਾ। ਅਸਲ 'ਚ ਆਪਣਾ ਕਿਹੜਾ ਰੂਪ ਪਸੰਦ ਹੈ ਕਿ ਬੜੇ ਸੰਜੀਦਾ
ਨਹੀਂ, ਮੈਂ ਇੱਕ ਤੁਹਾਡੇ ਲਈ ਨਵੀਂ ਗੱਲ ਹੋਵੇ, ਮੈਂ ਕਾਰਟੂਨਿੰਗ ਕਰਦਾ ਰਿਹਾ ਹਾਂਜੀ ਲੰਬਾ ਸਮਾਂ। ਮੈਂ ਅਖਬਾਰਾਂ ਲਈ, ਮੈਗਜ਼ੀਨਾਂ ਲਈ, ਕੋਈ ਕਿਸੇ ਜ਼ਮਾਨੇ ਤਾਂ ਮੈਂ ਡੇਲੀ 2 ਕਾਰਟੂਨ ਬਣਾਉਂਦਾ ਹੁੰਦਾ ਸੀ, 2 ਅਖਬਾਰਾਂ ਲਈ ਵੀ ਬਣਾਉਂਦਾ ਰਿਹਾ। ਅਤੇ ਉਦੋਂ ਕਾਰਟੂਨਿਸਟ ਦਾ ਤਾਂ ਆਪਣੀ ਇੱਕ ਚਲਾਕੀ ਜਿਹੀ ਹੁੰਦੀ ਆ, ਹੈ ਨਾ, ਇੱਕ ਵਿਅੰਗ ਹੁੰਦਾ ਆ, ਅਤੇ ਉਹ 'ਚ ਇਕੱਲੀ ਸੰਜੀਦਗੀ ਨਹੀਂ ਹੁੰਦੀ, ਜਾਂ ਉਹਨੇ ਸੰਜੀਦਗੀ ਨੂੰ ਵੀ ਇਸ ਤਰ੍ਹਾਂ ਬਣਾਉਣਾ ਹੁੰਦਾ ਕਿ ਉਹ 'ਚੋਂ ਤੁਸੀਂ ਹਿਊਮਰ ਪੈਦਾ ਕਰਨਾ ਚਾਹੀਦਾ, ਉਹਦੀ ਲੋੜ ਹੁੰਦੀ ਆ। ਅਤੇ ਬੱਚੇ ਵਾਲੀ ਗੱਲ ਤਾਂ ਦਰੁਸਤ ਆ। ਬੱਚਾ ਤਾਂ ਬੰਦੇ ਨੂੰ, ਹਰ ਬੰਦੇ ਨੂੰ ਵੱਡੇ ਤੋਂ ਵੱਡੀ ਉਮਰ ਤੱਕ ਆਪਣੇ ਅੰਦਰ ਜਿੰਦਾ ਰੱਖਣਾ ਚਾਹੀਦਾ, ਕਿਉਂਕਿ ਬੱਚਾ ਹੀ ਜਿਗਿਆਸੂ ਹੁੰਦਾ। ਬੱਚੇ ਕੋਲ ਫਰੈਸ਼ਨੈਸ ਹੁੰਦੀ, ਉਹਦੇ ਕੋਲ ਨਵੀਂ ਗੱਲ ਹੁੰਦੀ, ਉਹਦੇ ਕੋਲ ਹੈਰਾਨ ਕਰਨ ਵਾਲੀਆਂ ਗੱਲਾਂ ਹੁੰਦੀਆਂ, ਅਤੇ ਉਹਦੀ ਅਜੇ ਉਹ ਸੀਜ਼ਨਿੰਗ ਨਹੀਂ ਹੋਈ ਹੁੰਦੀ, ਜਿਹੜੀ ਸਾਡੀ ਉਮਰ ਦੇ ਲਿਹਾਜ਼ ਨਾਲ ਸਾਡੀ ਸੀਜ਼ਨਿੰਗ ਹੋ ਜਾਂਦੀ ਆ, ਜਾਂ ਸਾਡੀਆਂ ਆਦਤਾਂ ਜਾਂ ਵਿਚਾਰ ਪੱਕ ਜਾਂਦੇ ਆ, ਜਿਹੜੇ ਬੱਚੇ ਦੇ ਨਹੀਂ ਪੱਕੇ ਹੁੰਦੇ। ਇਹਨੇ ਪੱਕਣੇ ਨਹੀਂ ਚਾਹੀਦੇ, ਅਤੇ ਇਸ ਲਈ ਸਾਰਿਆਂ ਨੂੰ ਇੰਟੈਂਸ਼ਨਲੀ ਧਿਆਨ ਰੱਖਣਾ ਚਾਹੀਦਾ ਕਿ ਆਪਣਾ ਬੱਚਾ ਕੁਝ ਨਾ ਕੁਝ ਹੁੰਦਾ ਜ਼ਰੂਰ ਰੱਖਣ। ਅਤੇ ਇੱਕ ਬੱਚਾ ਨਾਂ ਦੀ ਇੱਕ ਮੇਰੀ ਕਥਾ, ਉਹ ਖਤਮ ਵੀ ਇੱਦਾਂ ਹੀ ਹੁੰਦੀ ਹੈ ਕਿ ਘਰਾਂ ਨੂੰ ਵਸਣ ਲਈ, ਬੰਦਿਆਂ ਨੂੰ ਰਸਣ ਲਈ ਬੱਚਿਆਂ ਦਾ ਸਾਥ ਹੋਣਾ ਚਾਹੀਦਾ, ਅਤੇ ਜਾਂ ਫਿਰ ਬੰਦਾ ਥੋੜ੍ਹਾ ਬਹੁਤ ਬੱਚਿਆਂ ਵਰਗਾ ਆਪ ਹੋਣਾ ਚਾਹੀਦਾ। ਬਿਲਕੁਲ, ਬਹੁਤ ਖੂਬਸੂਰਤ। ਇਹ ਤਾਂ ਰਹਿਣਾ ਚਾਹੀਦਾ। ਮੈਂ ਚਾਹੁੰਦੀ ਹਾਂ ਜਿੰਨੀ ਕੁ ਵੀ ਯਾਦ ਹੈ ਤੁਹਾਨੂੰ ਤੁਸੀਂ ਸੁਣਾ ਦਿਓ ਇਹ ਸਾਨੂੰ। ਬੱਚਾ ਘਰ ਦਾ ਇੱਕ ਜੀ ਹੀ ਨਹੀਂ ਹੁੰਦਾ, ਸਾਰੇ ਜੀਆਂ ਦੀ ਜਾਨ ਹੁੰਦਾ। ਬੱਚਾ ਜਦੋਂ ਘਰ ਹੁੰਦਾ ਇੱਕ ਕਮਰੇ 'ਚ ਹੀ ਨਹੀਂ ਹੁੰਦਾ, ਘਰ ਦੇ ਕੋਨੇ-ਕੋਨੇ ਅਤੇ ਕਣ-ਕਣ 'ਚ ਹੁੰਦਾ ਬੱਚਾ, ਜੋ ਸਭ ਚੀਜ਼ਾਂ 'ਚੋਂ ਚਮਕਦਾ, ਸਭ ਵਸਤਾਂ 'ਚ ਵਸਦਾ। ਟੀਵੀ 'ਚ, ਟਰੰਕ 'ਚ, ਮੇਜ਼ਾਂ ਮੰਜਿਆਂ 'ਚ, ਕਿਤਾਬਾਂ ਕੁਰਸੀਆਂ 'ਚ, ਪਰਦਿਆਂ ਪੱਖਿਆਂ 'ਚ, ਬਿਸਤਰਾਂ ਬਰਤਨਾਂ 'ਚ। ਬੱਚੇ ਨਾਲ ਘਰ ਸਾਹ ਲੈਂਦਾ, ਕੰਧਾਂ ਧੜਕਦੀਆਂ, ਛੱਤਾਂ ਛਣਕਦੀਆਂ ਅਤੇ ਖਿੜਕੀਆਂ ਹੱਸਦੀਆਂ। ਬੱਚੇ ਨਾਲ ਘਰ ਸਾਹ ਲੈਂਦਾ, ਕੰਧਾਂ ਧੜਕਦੀਆਂ, ਛੱਤਾਂ ਛਣਕਦੀਆਂ ਅਤੇ ਖਿੜਕੀਆਂ ਹੱਸਦੀਆਂ। ਬੱਚਾ ਜਦੋਂ ਬਿਮਾਰ ਹੁੰਦਾ, ਪੂਰਾ ਘਰ ਬਿਮਾਰ ਹੁੰਦਾ। ਬੱਚੇ ਬਿਨਾਂ ਰਾਤੀ ਚੰਦ ਨਹੀਂ ਚੜ੍ਹਦਾ, ਤਾਰੇ ਨਾ ਟਿਮਟਿਮਾਉਂਦੇ, ਘਾਹ 'ਤੇ ਤਰੇਲ ਨਹੀਂ ਪੈਂਦੀ, ਵਿਹੜੇ 'ਚ ਧੁੱਪ ਨਹੀਂ ਖਿੜਦੀ। ਬੱਚੇ ਬਿਨਾਂ ਰਾਤੀ ਚੰਦ ਨਹੀਂ ਚੜ੍ਹਦਾ, ਤਾਰੇ ਨਾ ਟਿਮਟਿਮਾਉਂਦੇ, ਘਾਹ 'ਤੇ ਤਰੇਲ ਨਹੀਂ ਪੈਂਦੀ, ਵਿਹੜੇ 'ਚ ਧੁੱਪ ਨਹੀਂ ਖਿੜਦੀ। ਘਰਾਂ ਨੂੰ ਵਸਣ ਲਈ, ਬੰਦਿਆਂ ਨੂੰ ਰਸਣ ਲਈ ਬੱਚਿਆਂ ਦਾ ਸਾਥ ਚਾਹੀਦਾ, ਜਾਂ ਫਿਰ ਬੰਦਾ ਖੁਦ ਹੀ ਥੋੜ੍ਹਾ ਬਹੁਤ ਬੱਚਿਆਂ ਵਰਗਾ ਆਪ ਚਾਹੀਦਾ, ਜਾਂ ਫਿਰ ਬੰਦਾ ਖੁਦ ਹੀ ਥੋੜ੍ਹਾ ਬਹੁਤ ਬੱਚਿਆਂ ਵਰਗਾ ਆਪ ਚਾਹੀਦਾ। ਬਿਲਕੁਲ ਸਰ, ਬਹੁਤ ਸੋਹਣੀ ਕਵਿਤਾ। ਮਾਫ਼ ਕਰਨਾ, ਮੈਂ ਇਹ ਸਵਾਲ ਸ਼ਾਇਦ ਤੁਹਾਨੂੰ ਨਾ ਕਰਦੀ ਜੇ ਮੈਂ ਇਹ ਕਵਿਤਾ ਨਾ ਸੁਣਦੀ। ਸੁਣ ਕੇ ਮੈਂ ਭਾਵੁਕ ਹੋਈ ਹਾਂ, ਹੈ ਨਾ। ਮੈਨੂੰ ਬਿਲਕੁਲ ਐਂ ਨਹੀਂ ਲੱਗਿਆ ਕਿ ਮੈਂ ਇੱਕ ਚੁਲਬਲੇ ਪਾਉਣ ਵਾਲੀ, ਜਾਂ ਬੰਦੇ ਦੇ ਅੰਦਰ ਇਹ ਸ਼ਖਸੀਅਤ ਵੀ ਇੱਕ ਹੋਣੀ ਚਾਹੀਦੀ ਹੈ, ਰੰਗ ਹੋਣਾ ਚਾਹੀਦਾ। ਲਿਖਿਆ ਹੈ ਕਿ ਬੱਚਾ ਜਦੋਂ ਬਿਮਾਰ ਹੁੰਦਾ, ਹੈ ਨਾ, ਸਾਰਾ ਘਰ ਬਿਮਾਰ ਹੁੰਦਾ। ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਇਹੋ ਜਿਹਾ ਸਮਾਂ ਆਇਆ ਸੀ ਜਦੋਂ ਇੱਕ ਅਚਾਨਕ ਵਾਪਰੀ ਹੋਈ ਬਹੁਤ ਵੱਡੀ ਘਟਨਾ ਨੇ, ਹੈ ਨਾ। ਉਸ ਰਾਤ ਤੁਹਾਡੀ ਲਿਖੀ ਹੋਈ ਇੱਕ ਪੋਸਟ ਮੈਂ ਵੀ ਪੜ੍ਹੀ। ਮੈਂ ਪੜ੍ਹ ਕੇ ਮਤਲਬ ਇਹ ਵੀ ਨਹੀਂ ਸੀ ਸਮਝ ਆ ਰਿਹਾ ਉਸ ਪਲ ਕਿ ਇਸ ਪੋਸਟ ਦੇ ਉੱਤੇ ਪ੍ਰਤੀਕਿਰਿਆ ਜਿਹੜੀ ਉਹ ਕਿਵੇਂ ਦੀ ਹੋਣੀ ਚਾਹੀਦੀ ਆ। ਬੜੇ ਸਿਦਕ ਨਾਲ, ਬੜੇ ਸਬਰ ਨਾਲ ਤੁਸੀਂ ਉਸ ਪਲ ਨੂੰ ਲੰਘਾਇਆ, ਅਤੇ ਉਸ ਤੋਂ ਬਾਅਦ ਵੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਵੇਖਿਆ। ਇਹ ਸਭ ਕੁਝ ਜਿਹੜਾ ਹੈ ਕਿਸ ਸਾਧਨਾ ਦੇ ਕਰਕੇ ਤੁਸੀਂ ਇਸ ਦੌਰ ਨੂੰ ਬਹੁਤ ਦੂਜੇ ਲੋਕਾਂ ਲਈ ਇੱਕ ਤਰ੍ਹਾਂ ਨਾਲ ਉਦਾਹਰਨ ਬਣ ਕੇ ਲੰਘਾਇਆ? ਹਾਂ, ਕਈ ਚੀਜ਼ਾਂ ਦਾ ਜੋੜ ਮੇਲ ਹੁੰਦਾ ਰੁਪਿੰਦਰ। ਅਤੇ ਤੁਹਾਡੇ ਦੋਸਤ ਕਿਹੋ ਜਿਹੇ ਨੇ, ਤੁਹਾਡੇ ਪਰਿਵਾਰ ਦੇ ਮੈਂਬਰ ਕਿਹੋ ਜਿਹੇ ਨੇ, ਤੁਸੀਂ ਪੜ੍ਹਿਆ ਲਿਖਿਆ ਕੀ ਹੋਇਆ, ਤਾਂ ਜਾਂ ਕਿਹੜੇ ਵਿਚਾਰਾਂ ਨਾਲ ਤੁਹਾਡੀ ਸਾਂਝ ਆ ਜਾਂ ਨੇੜਤਾ ਆ, ਉਹ ਸਾਰਾ, ਜਾਂ ਉਹ ਖਾਸ ਸਮੇਂ ਦੇ ਖਾਸ ਬਿੰਦੂ 'ਤੇ ਤੁਸੀਂ ਤੁਹਾਨੂੰ ਕਿਹਦਾ ਅਸਰ ਆਇਆ, ਉਹ ਸਾਰਾ ਰਲ ਮਿਲ ਕੇ ਹੁੰਦਾ। ਤੁਸੀਂ ਸ਼ਾਇਦ ਤੁਹਾਡੇ ਵਿਅਕਤੀਤਵ ਦਾ ਇਕੱਲੇ ਦਾ ਉਹ ਐਡੀ ਗੱਲ ਨਹੀਂ ਹੁੰਦੀ। ਮੈਨੂੰ ਯਾਦ ਆ, ਉਦੋਂ ਥੋੜ੍ਹਾ ਚਿਰ ਪਹਿਲਾਂ ਹੀ ਮੇਰਾ ਭਾਸ਼ਣ ਸੀਗਾ ਬਟਾਲੇ, ਪ੍ਰਿੰਸੀਪਲ ਜੋਤ ਸਿੰਘ ਮੈਮੋਰੀਅਲ ਲੈਕਚਰ ਪੰਜਾਬੀ ਸਾਹਿਤ ਅਕੈਡਮੀ ਨੇ ਕਰਾਇਆ ਸੀ। ਅਤੇ ਉਹ ਮੇਰੇ ਭਾਸ਼ਣ ਤੋਂ ਪਹਿਲਾਂ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਹੋਣੀ, ਪ੍ਰਿੰਸੀਪਲ ਭਾਈ ਜੋਤ ਸਿੰਘ ਬਾਰੇ ਜਾਣ ਪਛਾਣ ਕਰਾਈ ਕਿ ਉਹਨਾਂ ਦੇ ਇੱਕ ਬੇਟੇ ਦੀ ਜਵਾਨੀ 'ਚ ਚੜ੍ਹਾਈ ਕਰ ਗਿਆ, ਅਤੇ ਭਾਈ ਜੋਤ ਸਿੰਘ ਨੇ ਕਿਹਾ ਸੀ ਕਿ ਉਹਦੀ ਅਰਦਾਸ
ਅੰਤਮ ਅਰਦਾਸ ਮੈਂ ਕਰੂੰਗਾ। ਅਤੇ ਕਹਿੰਦੇ ਉਹਨੇ ਬੜੇ ਗਰਜਮੀ ਅਤੇ ਬੜੀ ਠਰਮੇ ਵਾਲੇ ਅੰਦਾਜ਼ 'ਚ ਉਹਨੇ ਅਰਦਾਸ ਕੀਤੀ ਅਤੇ ਦੂਜੇ ਦਿਨ ਉਹ ਉੱਦਾਂ ਹੀ ਕਲਾਸਾਂ ਪੜ੍ਹਾਉਣ ਚਲੇ ਗਏ ਜਿਵੇਂ ਪਹਿਲਾਂ ਗਏ ਸੀ। ਅਤੇ ਉਹ ਗੱਲਾਂ ਵੀ ਮੇਰੇ ਨਾਲ ਸੀਗੀਆਂ, ਤਾਜ਼ੀਆਂ ਨਾਲ ਸੀਗੀਆਂ। ਅਤੇ ਜਮੇਰ ਸਿੱਧੂ ਦੀ ਕਹਾਣੀ ਜਿਹਦੇ ਵਿੱਚ ਇੱਕ ਗਿਆਨੀ ਕੇਵਲ ਸਿੰਘ ਉਹਦਾ ਇੱਕ ਪਾਤਰ ਹੁੰਦਾ, ਉਹ ਕਹਾਣੀ ਵੀ ਮੈਨੂੰ ਯਾਦ ਆ ਰਹੀ ਸੀ ਕਿ ਉਹ ਇੱਕ ਇਹੋ ਜਿਹਾ ਬੰਦਾ ਹੁੰਦਾ ਪਿੰਡ 'ਚ, ਜਦੋਂ ਵੀ ਕੋਈ ਬੰਦਾ ਚੜ੍ਹਾਈ ਕਰਦਾ ਅਤੇ ਉਹ ਆਪਣੇ ਨਾਲ ਇੱਕ ਪੂਰੇ ਜੱਥਾ ਲੈ ਕੇ ਢੋਲਕੀਆਂ ਛੈਣਿਆਂ ਨਾਲ ਉਹਦੇ ਅੱਗੇ ਅੱਗੇ ਸ਼ਬਦ ਪੜ੍ਹਦੇ ਜਾਂਦੇ। ਅਤੇ ਫਿਰ ਕਹਿੰਦੇ ਜਦੋਂ ਗਿਆਨੀ ਕੇਵਲ ਸਿੰਘ ਦੇ ਮੁੰਡੇ ਦੀ ਮੌਤ ਹੋ ਗਈ ਤਾਂ ਉਹ ਪਿਛਲੀ ਕੋਠੜੀ 'ਚ ਰਜਾਈ ਲੈ ਕੇ ਪੈ ਗਿਆ, ਉੱਠਿਆ ਹੀ ਨਹੀਂ। ਅਤੇ ਉਹ ਗੱਲਾਂ ਵੀ ਤੁਹਾਡੇ ਧਿਆਨ 'ਚ ਹੁੰਦੀਆਂ ਵੀ ਹੁਣ ਵੀ ਤੁਹਾਡੇ 'ਤੇ ਵੀ ਵੇਲਾ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਦੇ ਬੰਦੇ ਸਿੱਧ ਕਰਦੇ ਹੋ। ਅਤੇ ਬਾਕੀ ਹੁੰਦਾ ਕਿ ਤੁਹਾਡਾ ਆਪਣਾ ਪਰਿਵਾਰ ਕਿਹੋ ਜਿਹਾ, ਉਹਨਾਂ ਦੇ ਵਿਚਰਨ ਸ਼ੈਲੀ ਉਹਨਾਂ ਦੀ ਕੀ ਆ, ਉਹਨਾਂ ਦੇ ਵਿਚਾਰ ਕੀ ਨੇ, ਅਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਰਲ ਕੇ ਉਹ ਫਾਇਦਾ ਹੋਇਆ। ਬਿਲਕੁਲ ਸਰ, ਪਰਿਵਾਰ ਦੀ ਗੱਲ ਆਈ ਹੈ ਨਾ, ਮੈਨੂੰ ਸਾਰੀਆਂ ਘਟਨਾਵਾਂ ਇੱਕ ਇੱਕ ਕਰਕੇ ਦਿਮਾਗ 'ਚ ਆ ਰਹੀਆਂ ਨੇ ਕਿ ਜਦੋਂ ਉਸ ਤੋਂ ਬਾਅਦ ਤੁਸੀਂ ਬੇਟੀ ਨੂੰ ਪੜ੍ਹਨ ਲਈ ਤੋਰਦੇ ਹੋ ਨਾ, ਉਹਨਾਂ ਨੇ ਵੀ ਤੁਹਾਨੂੰ ਬੜਾ ਹੌਸਲਾ ਦਿੱਤਾ। ਤੁਹਾਨੂੰ ਲੱਗਿਆ ਸੀ ਕਿ ਸ਼ਾਇਦ ਤੁਹਾਡੀ ਬੇਟੀ ਆ ਜਿਹੜੀ ਤੁਹਾਡੇ ਨਾਲੋਂ ਵੀ ਜ਼ਿਆਦਾ ਇਸ ਘਟਨਾ ਨੂੰ ਉਹਨਾਂ ਨੇ ਹੌਸਲੇ ਨਾਲ ਨਿਭਾਇਆ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਵਿਵੇਕ ਦੀਆਂ ਯਾਦਾਂ ਨੂੰ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਹੈ ਨਾ ਸੰਭਾਲ ਕੇ ਰੱਖਿਆ ਹੋਇਆ, ਚਾਹੇ ਉਹ ਵਿਵੇਕ ਸੱਥ ਕਹਿ ਲਓ ਜਾਂ ਜਿਹੜਾ ਤੁਸੀਂ ਚੰਗੇ ਜਿਹੜੇ ਗਾਇਕ ਮੁੰਡੇ ਨੇ ਉਹਨਾਂ ਨੂੰ ਜਿਹੜੇ ਪੁਰਸਕਾਰ ਦੇ ਰਹੇ ਹੋ, ਜਾਂ ਬਹੁਤ ਸਾਰੇ ਖਿਡਾਰੀ ਜਿਹੜੇ ਸ਼ਾਇਦ ਹੋਰ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਕਿ ਬਹੁਤ ਸਾਰੇ ਖਿਡਾਰੀ ਜਿਨ੍ਹਾਂ ਨੇ ਕਿ ਇੰਟਰਨੈਸ਼ਨਲ ਜਾਂ ਨੈਸ਼ਨਲ ਪੱਧਰ 'ਤੇ ਜਿਹੜੇ ਮੁਕਾਬਲੇ ਜਿੱਤੇ ਹੁੰਦੇ ਆ, ਉਹਨਾਂ ਤੋਂ ਪਹਿਲਾਂ ਜਿਹੜੀ ਤਿਆਰੀ ਦੇ ਵਿੱਚ ਵੀ ਸਰ ਹਮੇਸ਼ਾ ਮਦਦ ਕਰਦੇ ਆ। ਅਤੇ ਇਹ ਇੱਕ ਬਹੁਤ ਚੰਗਾ ਜਿਹੜਾ ਕੌਜ਼ ਹੈ ਉਹਨਾਂ ਨੇ ਸ਼ੁਰੂ ਕੀਤਾ ਹੋਇਆ, ਚਾਹੇ ਵਿਵੇਕ ਦੀ ਯਾਦ ਵਿੱਚ ਕਹਿ ਲਓ ਜਾਂ ਉਹਨਾਂ ਦੀ ਸ਼ਖਸੀਅਤ ਦਾ ਇੱਕ ਚੰਗਾ ਪਣ ਅਸੀਂ ਕਹਿ ਸਕਦੇ ਹਾਂ। ਸੰਜੀਦਾ ਜੀ ਗੱਲ ਤੋਂ ਆਪਾਂ ਹੈ ਨਾ ਰੁੱਖ ਮੋੜਦੇ ਹਾਂ, ਮੈਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ ਪਰ ਮੈਂ ਮਾफ़ੀ ਚਾਹੁੰਦੀ ਹਾਂ। ਤੁਸੀਂ ਰਾਣਾ ਰਣਵੀਰ ਸਰ ਦੀ ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਦੇਖ ਰਹੀ ਸੀ, ਉਹਦੇ ਵਿੱਚ ਉਹ ਤੁਹਾਡਾ ਇੱਕ ਲਿਖਿਆ ਹੋਇਆ ਬਹੁਤ ਲੰਮਾ ਲੇਖ ਸ਼ੇਅਰ ਕਰ ਰਹੇ ਨੇ ਕਿ ਜਿੱਥੇ ਹਮੇਸ਼ਾ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਵੀ ਤੁਸੀਂ ਇਹ ਗੱਲ ਕਹਿ ਚੁੱਕੇ ਹੋ ਕਿ ਅਸੀਂ ਜਿਹੜੇ ਸਾਡੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਦਾ ਜਿਹੜੀ ਚਿਹਰਾ ਹੈ, ਉਹਨਾਂ ਦਾ ਜਿਹੜਾ ਮਹਾਂਦਰਾ ਉਹ ਬਜ਼ੁਰਗ ਸ਼ਖਸੀਅਤ ਦੇ ਰੂਪ 'ਚ ਤਾਂ ਬਣਾਤਾ ਕਿਉਂਕਿ ਸਾਡੇ ਬੱਚੇ ਨੇ ਜਿਹੜੇ ਉਹ ਬਜ਼ੁਰਗਾਂ ਦੀ ਜ਼ਿਆਦਾ ਸੁਣਦੇ ਨੇ, ਅਤੇ ਅਸੀਂ ਨਸੀਹਤਾਂ ਦੇ ਤੌਰ 'ਤੇ ਸਾਡੇ ਗੁਰੂਆਂ ਨੂੰ ਉਸ ਤਰੀਕੇ ਨਾਲ ਢਾਲ ਲਿਆ ਜਿਸ ਤਰੀਕੇ ਦੇ ਅਸੀਂ ਉਹਨਾਂ ਨੂੰ ਵੇਖਣਾ ਚਾਹੁੰਦੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਧਰਮ ਇੱਕ ਬਹੁਤ ਸੈਂਸਿਟਿਵ ਮੁੱਦਾ ਹੁੰਦਾ ਹੈ ਨਾ? ਇਸ ਟਾਈਮ ਤਾਂ ਜਿਹੜੇ ਧਰਮ ਮੈਂ ਇਸ ਦੌਰ 'ਚ ਕਹਿ ਸਕਦੀ ਹਾਂ ਕਿ ਜਿੱਥੇ ਹਿੰਦੂ ਸਿੱਖ ਬਾਰੇ ਸੁਣਨਾ ਨਹੀਂ ਪਸੰਦ ਕਰ ਰਿਹਾ, ਸਿੱਖ ਹਿੰਦੂ ਬਾਰੇ ਨਹੀਂ, ਮੁਸਲਿਮ ਦਾ ਘਰ ਢਾਹ ਕੇ ਜਿਹੜਾ ਜਦੋਂ ਅਸੀਂ ਆਪਣਾ ਘਰ ਬਣਾਉਣਾ ਲੋਚਦੇ ਹਾਂ ਤਾਂ ਉਹਦੇ 'ਚ ਵੀ ਅਸੀਂ ਫਕਰ ਮਹਿਸੂਸ ਕਰਦੇ ਹਾਂ। ਇਹੋ ਜਿਹੀਆਂ ਟਿੱਪਣੀਆਂ ਜਾਂ ਪੋਸਟਾਂ ਪੜ੍ਹਨ ਨੂੰ ਮਿਲਦੀਆਂ ਨੇ ਕਿ ਲੱਗਦਾ ਕਿ ਅਸੀਂ ਕਿਸ ਮੁਲਕ ਦੇ ਵਿੱਚ ਰਹਿ ਰਹੇ ਹਾਂ, ਹੈ ਨਾ। ਧਾਰਮਿਕ ਤੌਰ 'ਤੇ ਅਸੀਂ ਬਿਲਕੁਲ ਬਰਦਾਸ਼ਤਯੋਗ ਨਹੀਂ ਰਹੇ। ਲੱਗਦਾ ਨਹੀਂ ਕਿ ਇਹ ਕਿਸ ਚੀਜ਼ ਨਾਲ ਪੰਗਾ ਲੈ ਰਹੇ ਹਾਂ, ਉਹ ਪੱਖ ਛੇੜ ਰਹੇ ਹਾਂ ਜਿਹੜਾ ਕਿ ਲੋਕਾਂ ਲਈ ਸਹਿਣਸ਼ੀਲ ਹੀ ਨਹੀਂ ਹੈਗਾ, ਹੈ ਨਾ। ਅਸੀਂ ਘਰਾਂ 'ਚ ਉਸੇ ਫੋਟੋ ਨੂੰ ਰੱਖਦੇ ਹਾਂ, ਉਸੇ ਫੋਟੋ ਨੂੰ ਮੰਨਦੇ ਹਾਂ, ਮਤਲਬ ਇਹ ਨਹੀਂ ਲੱਗਦਾ ਕਿ ਬਹੁਤ ਗਰਮ ਇੱਕ ਪੱਖ ਨੂੰ ਛੇੜ ਲਿਆ ਹੈ। ਹਾਂ ਅਸੀਂ, ਪਰ ਐਵੇਂ ਨਹੀਂ ਹੁੰਦਾ ਕਿ ਤੁਸੀਂ ਝੂਠ ਨੂੰ ਸੱਚ ਮੰਨੀ ਜਾਓ ਧਰਮ ਦੇ ਨਾਂ 'ਤੇ, ਅਤੇ ਧਰਮ ਦਾ ਤਾਂ ਸੰਬੰਧ ਹੀ ਸੱਚ ਨਾਲ ਆ, ਅਤੇ ਝੂਠ ਨੂੰ ਨਾ ਬਰਦਾਸ਼ਤ ਕਰਨਾ ਧਰਮ ਦਾ ਖੇਤਰ ਆ, ਧਰਮ ਦਾ ਨਹੀਂ। ਅਤੇ ਅਸੀਂ ਐਂ ਥੋੜ੍ਹੀ ਕਿ ਧਰਮ ਦੇ ਨਾਂ 'ਤੇ ਤੁਹਾਡੇ ਮੂਹਰੇ ਜਿਹੜਾ ਮਰਜ਼ੀ ਜੋ ਮਰਜ਼ੀ ਬਕਵਾਸ ਕਰੀ ਜਾਵੇ ਤੁਸੀਂ ਸੁਣੀ ਜਾਓ, ਇਹ ਨਹੀਂ ਚੱਲੇਗਾ। ਇਤਿਹਾਸ ਵੀ ਕੋਈ ਚੀਜ਼ ਹੁੰਦਾ, ਕੋਈ ਫੈਕਟਸ ਵੀ ਕੋਈ ਚੀਜ਼ ਹੁੰਦੀ ਆ। ਕੌਣ ਕਹਿ ਦੂਗਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਦੁਨੀਆ 'ਤੇ 1469 'ਚ ਨਹੀਂ ਸੀ ਆਏ ਅਤੇ 1538 ਵਿੱਚ ਉਹ ਸਰੀਰਕ ਤੌਰ 'ਤੇ ਰੁਖਸਤ ਹੋ ਗਏ, ਅਤੇ ਇਹਨਾਂ ਦੋਹਾਂ ਦਾ ਫਰਕ ਤਾਂ 69 ਬਣਦਾ ਨਾ 69 ਬਣਦਾ ਸਾਰਾ ਹੀ। ਜਾਂ ਕਹਿ ਲਓ ਕਿ ਸਰੀਰਕ ਤੌਰ 'ਤੇ 69 ਸਾਲ ਰਹੇ, ਅਤੇ ਤੁਹਾਡੀਆਂ ਪੇਂਟਿੰਗ ਸਾਰੀਆਂ ਹੀ ਪੋਰਟਰੇਟ ਨੇ ਜਾਂ ਦੂਜੀਆਂ ਨੇ, ਸਾਰੀਆਂ 'ਚ 80-85 ਸਾਲ ਦੇ ਗੁਰੂ ਨਾਨਕ ਦਿਖਾਲੇ ਗਏ ਆ। ਅਤੇ ਫਿਰ ਅਤੇ ਕਿਹਨੂੰ ਨਹੀਂ ਇਸ ਗੱਲ ਮੰਨਣ 'ਚ ਕਿਹਨੂੰ ਇਤਰਾਜ਼ ਆ ਵੀ ਇਹ ਤਸਵੀਰਾਂ ਬਕਵਾਸ ਨੇ, ਝੂਠ ਨੇ, ਗਲਤ ਨੇ। ਅਤੇ ਇੰਨੀ ਕੁ ਸੱਚ ਬੋਲਣ ਦੀ ਜ਼ਰੂਰਤ ਤਾਂ ਹੋਣੀ ਚਾਹੀਦੀ ਜਿਹੜਾ ਨੰਗਾ ਚਿੱਟਾ ਦਿਸ ਰਿਹਾ ਸਾਨੂੰ, ਅਤੇ ਤਾਂ ਝੂਠ ਨੂੰ ਸੱਚ ਮੰਨਣਾ ਧਰਮ ਥੋੜ੍ਹੀ ਹੁੰਦਾ। ਬਿਲਕੁਲ ਸਰ, ਜਿਹੜਾ ਇਹ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਧਾਰਮਿਕ ਤੌਰ 'ਤੇ ਅਸੀਂ ਇੰਨੇ ਜਿਹੜੇ ਸਾਡੀ ਸਹਿਣਸ਼ੀਲਤਾ ਜਿਹੜੀ ਖਤਮ ਹੋ ਗਈ ਹੈ ਨਾ, ਜਿਹੜਾ ਦੌਰ ਉਹਦੇ ਲਈ ਵੀ ਗੁਰੂ ਨਾਨਕ ਸਾਡੇ ਲਈ ਵੱਡਾ ਮਾਡਲ ਨੇ। ਉਹ ਕਟੀਕ ਉਹ ਜਨੇਊ 'ਤੇ ਕਟੀਕ ਕਰਦੇ ਆ ਭਾਈ, ਜੇ ਜਨੇਊ ਦੀ ਕਪਾਹ ਦਿਆ ਦੀ ਹੋਣੀ ਚਾਹੀਦੀ ਆ
ਤੇ ਮਸੀਤ ਮੇਅਰ ਦੀ ਹੋਣੀ ਚਾਹੀਦੀ ਆ। ਤੇ ਇੱਦਾਂ ਹੀ ਉਹ ਯੋਗੀਆਂ ਤੇ ਜਿੰਨੀਆਂ ਰਹਿਤਾਂ ਬਹਿਤਾਂ ਨੇ ਉਹਨਾਂ ਨੂੰ ਕਹਿੰਦੇ ਆ ਵੀ ਅਸਲ ਵਿੱਚ ਇਹਨਾਂ ਦੇ ਪਿੱਛੇ ਜਿਹੜਾ ਭਾਵ ਆ ਉਹ ਸਾਡਾ ਜੀਵਨ ਦਾ ਹਿੱਸਾ ਹੋਣਾ ਚਾਹੀਦਾ। ਤੇ ਦਇਆ ਹੋਣੀ ਚਾਹੀਦੀ ਆ, ਸੱਚ ਹੋਣਾ ਚਾਹੀਦਾ, ਸੱਤ ਹੋਣਾ ਚਾਹੀਦਾ, ਮਿਹਰ ਹੋਣੀ ਚਾਹੀਦੀ ਆ, ਸਿਦਕ ਹੋਣਾ ਚਾਹੀਦਾ ਆ। ਤੇ ਇਹ ਚੀਜ਼ਾਂ ਚਾਹੇ ਤੁਸੀਂ ਮੁਸਲਮਾਨ ਹੋ, ਚਾਹੇ ਤੁਸੀਂ ਹਿੰਦੂ ਹੋ, ਤੇ ਚਾਹੇ ਤੁਸੀਂ ਯੋਗੀ ਹੋ, ਸਾਰਿਆਂ ਕੋਲ ਹੋਣਾ ਚਾਹੀਦਾ। ਤੇ ਜੇ ਉਹਨਾਂ ਸਾਰਿਆਂ ਕੋਲ ਹੋਣਾ ਚਾਹੀਦਾ ਤਾਂ ਮੇਰੇ ਕੋਲ ਸਿੱਖ ਕੋਲ ਵੀ ਤਾਂ ਹੋਣਾ ਹੀ ਚਾਹੀਦਾ। ਤੇ ਉਹ ਫਿਰ ਅਸਲ ਵਿੱਚ ਅਸੀਂ ਸਿਆਸਤ ਦੇ ਬਸ ਪਾਤੀ ਸਾਰੀ ਗੱਲ, ਸਿਆਸਤ ਪ੍ਰਧਾਨ ਹੋ ਗਈ ਕਿ ਉਹਨਾਂ ਨੂੰ ਆਪਣੀ ਸਿਆਸਤ ਲਈ ਚਾਹੇ ਉਹ ਪਾਕਿਸਤਾਨ ਬਣਨਾ ਸੀ, ਚਾਹੇ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਸੀ, ਤੇ ਸਿਆਸਤ ਨੂੰ ਜੋ ਸੂਤ ਆਉਂਦਾ ਸੀ ਉਹ ਆਪਣੇ ਡੰਡੇ ਨਾਲ ਵਾਹੁੰਦੇ ਰਹੇ ਤੇ ਲੋਕ ਉੱਦਾਂ ਹੀ ਉਸ ਡੰਡੇ ਮੂਹਰੇ ਵਗਦੇ ਰਹੇ ਤੇ ਅਜੇ ਤੱਕ ਵਗੀ ਜਾਂਦੇ ਆ। ਨਹੀਂ ਵਗਣਾ ਚਾਹੀਦਾ ਸਾਨੂੰ। ਇਹ ਧਾਰਮਿਕ ਟਾਕਰਾ ਅਪਸੈਟ ਕਰਦਾ ਇੱਕ ਲੇਖਕ ਹੋਣ ਦੇ ਨਾਤੇ? ਡੈਫੀਨੇਟਲੀ ਕਰਦਾ, ਤੇ ਮੈਂ ਇਹਦੇ 'ਤੇ ਲਿਖਦਾ ਰਹਿਣਾ, ਇਹਦੇ 'ਤੇ ਗੱਲ ਕਰਦਾ ਰਹਿਣਾ। ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਪੰਗਾ ਲੈਣ ਵਾਲੀ ਗੱਲ ਹੈ, ਮੈਂ ਕਹਿੰਦਾ ਇਹ ਸਾਡੀ ਬਹੁਤ ਜ਼ਰੂਰੀ ਜ਼ਿੰਮੇਵਾਰੀ ਆ। ਤੇ ਜੇ ਗੁਰੂ ਨਾਨਕ ਸਾਡੇ ਗੁਰੂ ਆ ਤਾਂ ਇੰਨਾ ਕੁ ਸੱਚ ਬੋਲਣ ਦੀ ਸਾਡੇ 'ਚ ਜ਼ਰੂਰਤ ਹਿੰਮਤ ਹੋਣੀ ਚਾਹੀਦੀ ਆ। ਬਿਲਕੁਲ ਸਰ, ਤੁਸੀਂ ਪੰਜਾਬ ਦੀ ਯੂਥ ਤੋਂ ਮੈਨੂੰ ਹਮੇਸ਼ਾ ਬਹੁਤ ਸੈਟਿਸਫਾਈ ਲੱਗਦੇ ਹੋ। ਤੁਸੀਂ ਕਹਿੰਦੇ ਹੋ ਕਿ ਹੁਣ ਦੀ ਯੂਥ ਜਿਹੜੀ ਬਹੁਤ ਕੁਛ ਇਹੋ ਜਿਹਾ ਚੰਗਾ ਵੀ ਕਰ ਰਹੀ ਹੈ ਜਿਹੜੀ ਅਸੀਂ ਲੋਕ ਸ਼ਾਇਦ ਇੰਨੇ ਨਿਰਾਸ਼ ਹੋ ਗਏ ਹਾਂ ਕਿ ਅਸੀਂ ਉਹ ਦੇਖ ਨਹੀਂ ਪਾ ਰਹੇ ਹੈ ਨਾ ਉਸ ਚੀਜ਼ ਨੂੰ। ਪਰ ਦੂਜੇ ਪਾਸੇ ਯੂਥ ਦਾ ਇੱਕ ਚਿਹਰਾ ਇਹ ਵੀ ਹੈ ਕਿ ਹੁਣ ਨਸ਼ਿਆਂ ਨੇ ਬਹੁਤ ਸਾਰੇ ਪਲੇਟਫਾਰਮ 'ਤੇ, ਮੈਂ ਨਹੀਂ ਕਹਿੰਦੀ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾਡੀ ਜਿਹੜੀ 60% ਨੌਜਵਾਨੀ ਆ ਜਿਹੜੀ ਉਹਦਾ ਘਾਣ ਕਰ ਦਿੱਤਾ ਹੈ ਨਾ। ਬਚੀ ਹੋਈ ਜਿਹੜੀ ਨੌਜਵਾਨੀ ਆ ਉਹਨੂੰ ਜਾਂ ਤਾਂ ਮਾਪੇ ਚਾਹੁੰਦੇ ਨੇ ਜਾਂ ਉਹ ਖੁਦ ਚਾਹੁੰਦੀ ਹੈ ਕਿ ਇੱਕ ਪ੍ਰਵਾਸ ਦਾ ਜਿਹੜਾ ਰਸਤਾ ਅਸੀਂ ਅਪਣਾ ਲਿਆ ਹੈ ਨਾ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਨੂੰ ਕਿੱਥੇ ਲੈ ਕੇ ਜਾਣਗੀਆਂ? ਹਾਂ, ਮੈਂ ਸੋਚਦਾ ਵੀ ਯੂਥ ਤੋਂ ਆਸਮਾਨ ਤਾਂ ਮੈਂ ਇੰਨਾ ਕਿ ਜਿਹੜਾ ਕੰਮ ਖਰਾਬ ਕੀਤਾ ਯੂਥ ਨੇ ਨਹੀਂ ਕੀਤਾ, ਯੂਥ ਤੋਂ ਪਹਿਲੀ ਪੀੜ੍ਹੀ ਨੇ ਕੀਤਾ। ਜਾਂ ਤੁਸੀਂ ਕਈ ਵਾਰੀ ਬੰਦੇ ਵੀ ਬੜਾ ਜੋਸ਼ 'ਚ ਕਹਿੰਦੇ ਕਿ ਨੌਜਵਾਨ ਕਿਤਾਬਾਂ ਨਹੀਂ ਪੜ੍ਹਦੇ, ਤੇ ਸਾਡੀ ਪੀੜ੍ਹੀ ਕਿਹੜੀ ਪੜ੍ਹਦੀ ਆ? ਅਸੀਂ ਪੜ੍ਹਦੇ ਹੁੰਦੇ ਤਾਂ ਜ਼ਰੂਰ ਪੜ੍ਹਦੇ ਹੁੰਦੇ, ਜੋ ਕੁਛ ਅਸੀਂ ਕਰਦੇ ਸੀ ਬਿਲਕੁਲ ਉਹੀ ਕੁਛ ਕਰਦੇ ਆ। ਤੇ ਜਿੱਥੋਂ ਤੱਕ ਪੰਜਾਬ ਦੀ ਦੁਰਗਤ ਦਾ ਸਵਾਲ ਆ, ਨੌਜਵਾਨ ਤਾਂ ਵਿਕਟਮ ਨੇ ਉਹਦੇ। ਹੁਣ ਅਜੇ ਤੱਕ ਤਾਂ ਪੰਜਾਬ ਦੀ ਨੌਜਵਾਨੀ ਤੋਂ ਤਾਂ ਤੁਸੀਂ ਕੋਈ ਰਾਜ ਭਾਗ ਨਹੀਂ ਸੌਂਪਿਆ, ਉਹਨਾਂ 'ਤੇ ਤਾਂ ਕੋਈ ਜ਼ਿੰਮੇਵਾਰੀ ਨਹੀਂ ਪਾਈ। ਤੇ ਜ਼ਿੰਮੇਵਾਰੀ ਤਾਂ 80-85 ਸਾਲਾਂ ਵਾਲੇ ਆ ਜਿਨ੍ਹਾਂ ਨੇ ਸਾਰਾ ਗੰਦ ਪਾਇਆ ਹੋਇਆ ਤੇ ਜਿਨ੍ਹਾਂ ਨੇ ਇਹਨੂੰ ਠੀਕ ਕਰਨਾ ਸੀ, ਉਹਨਾਂ ਦਾ ਭੁਗਤ ਰਹੇ ਆ ਉਹ ਨੌਜਵਾਨ। ਇਸ ਕਰਕੇ ਸਾਨੂੰ ਉਹਨਾਂ ਨੂੰ ਨੌਜਵਾਨਾਂ ਨੂੰ ਦੋਸ਼ ਦੇਣ ਦੀ ਬਜਾਏ ਉਹਨਾਂ ਦੀ ਥਾਂ 'ਤੇ ਖੜ੍ਹ ਕੇ ਹੋ ਕੇ ਸੋਚਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਪੰਜਾਬ ਦਿੱਤਾ ਕਿਹੋ ਜਿਹਾ। ਤੇ ਪਰ ਚੰਗੀ ਗੱਲ ਇਹ ਆ ਕਿ ਜਿਹੜੇ ਗਦਰੀ ਬਾਬੇ ਸੀ, ਕਰਤਾਰ ਸਿੰਘ ਸਰਾਭੇ ਹੁਣੇ ਵੀ ਬਾਹਰ ਪੜ੍ਹਨ ਗਏ ਹੋਏ ਸੀ, ਤੇ ਉਹਨਾਂ ਨੇ ਉੱਥੇ ਦੇਖਿਆ ਕਿ ਆਜ਼ਾਦੀ ਕੀ ਹੁੰਦੀ ਆ, ਨਾਗਰਿਕ ਕੀ ਹੁੰਦਾ, ਨਾਗਰਿਕਾਂ ਦੇ ਅਧਿਕਾਰ ਕੀ ਹੁੰਦੇ ਆ, ਸਰਕਾਰਾਂ ਦੇ ਕੀ ਫਰਜ਼ ਹੁੰਦੇ ਆ। ਇਹ ਚੀਜ਼ਾਂ ਨੇ ਉਹਨਾਂ ਨੇ ਉੱਥੋਂ ਸਿੱਖੀਆਂ ਤੇ ਉਹ ਇੱਥੇ ਗਦਰ ਦਾ ਝੰਡਾ ਲੈ ਕੇ ਆਏ। ਤਾਂ ਮੈਨੂੰ ਲੱਗਦਾ ਨੌਜਵਾਨ ਅੱਕੇ ਥੱਕੇ ਜਿਹੜਾ ਸਾਡਾ ਜਿਹੜਾ ਪ੍ਰਬੰਧ ਆ ਇਹਦੇ ਸਤਾਏ ਹੋਏ ਜਿੰਨੇ ਬਾਹਰ ਹੁਣ ਜਾ ਰਹੇ ਆ, ਬਾਹਰ ਪੜ੍ਹ ਰਹੇ ਆ, ਤੇ ਉੱਥੋਂ ਇਹ ਚੀਜ਼ਾਂ ਸਿੱਖ ਕੇ ਆਉਣਗੇ ਤੇ ਉਹ ਆਪਣੇ ਤਰੀਕੇ ਦਾ ਇੱਥੇ ਟਰਾਂਸਫਰਮੇਸ਼ਨ ਲਿਆਉਣਗੇ। ਇਸ ਕਰਕੇ ਮੈਂ ਨੌਜਵਾਨਾਂ ਤੋਂ ਬਹੁਤ ਆਸ ਮੰਨਦੇ ਹਾਂ। ਉਹ ਇੱਥੇ ਢੇਰੀ ਢਾਹ ਕੇ ਨਹੀਂ ਬੈਠੇ, ਉਹ ਜਿੱਥੋਂ ਵੀ ਕੋਈ ਸੰਭਾਵਨਾ ਬਣਦੀ ਆ ਉਹ ਉੱਥੋਂ ਰਸਤਾ ਕੱਢ ਰਹੇ ਆ, ਆਪਣੀ ਤਰੱਕੀ ਦਾ ਵੀ, ਨਵੇਂ ਸੋਚ ਵਿਚਾਰ ਦਾ ਵੀ, ਤੇ ਇਹਦੇ ਚੰਗੇ ਨਤੀਜੇ ਹੋਣਗੇ, ਬਿਲਕੁਲ ਆਉਣਗੇ। ਮੈਂ ਵੈਸੇ ਅੱਜ ਤੱਕ ਨਹੀਂ ਸੁਣਿਆ ਕਿ ਹੈ ਨਾ ਜਦੋਂ ਕੋਈ ਪ੍ਰਵਾਸ ਕਰ ਜਾਂਦਾ ਤਾਂ ਵਾਪਸ ਆ ਜਿਹੜਾ ਪੰਜਾਬ ਦਾ ਰੁੱਖ ਪੱਕੇ ਤੌਰ 'ਤੇ ਸ਼ਾਇਦ ਬਹੁਤ ਘੱਟ ਲੋਕ ਕਰਨਾ ਲੋਚਦੇ ਨੇ। ਪਰ ਫਿਰ ਵੀ ਚੰਗੀ ਗੱਲ ਹੈ ਕਿ ਔਖੇ ਜਾਂ ਸੌਖੇ ਵੇਲੇ ਹਮੇਸ਼ਾ ਜਿਹੜੀ ਇੱਕ ਬਾਹਰਲੀ ਪੀੜ੍ਹੀ ਆ ਪੰਜਾਬ ਦੇ ਨਾਲ ਜ਼ਰੂਰ ਖੜ੍ਹਦੀ ਆ, ਹੈ ਨਾ। ਇਹ ਇੱਕ ਚੰਗਾ ਪੱਖ ਅਸੀਂ ਪੰਜਾਬ ਲਈ ਕਹਿ ਸਕਦੇ। ਇਹ ਕੁਦਰਤੀ ਗੱਲ ਆ। ਜਿਹੜੇ ਉਹ ਵਿਕਸਿਤ ਸੁਸਾਇਟੀਜ਼ ਨੇ ਉੱਥੇ ਸਾਡੇ ਬੱਚਿਆਂ ਨੂੰ ਉਹ ਆਦਰ ਨਹੀਂ ਮਿਲਣਾ ਜਿਹੜਾ ਉੱਥੋਂ ਦੇ ਨਾਗਰਿਕਾਂ ਨੂੰ ਮਿਲਦਾ। ਉਹਨਾਂ ਨੂੰ ਮੰਨਿਆ ਇਹੀ ਜਾਊਗਾ ਕਿ ਇਹਨਾਂ ਦਾ ਆਪਣਾ ਦੇਸ਼ ਵਧੀਆ ਨਹੀਂ ਸੀ ਤੇ ਭੱਜ ਕੇ ਆਏ ਹੋਏ ਆ, ਤੇ ਇਹ ਚੀਜ਼ ਉਹਨਾਂ ਨੂੰ ਹੌਂਟ ਕਰੂਗੀ, ਇਹ ਚੀਜ਼ ਉਹਨਾਂ ਨੂੰ ਪਿੱਛੇ ਨੂੰ ਵੀ ਮੋੜੂਗੀ ਤੇ ਉਹਨਾਂ ਆਪਣੇ ਨੂੰ ਪਿੱਛੇ ਨੂੰ ਸਵਾਰਨ ਲਈ ਪ੍ਰੇਰਨਾ ਵੀ ਕਰੂਗੀ ਕਿ ਸਾਡਾ ਵੀ ਕੋਈ ਦੇਸ਼ ਹੈ ਉਹ ਵੀ ਠੀਕ ਹੋਣਾ ਚਾਹੀਦਾ। ਬਿਲਕੁਲ ਸਰ, ਤੁਸੀਂ ਬਹੁਤ ਚੰਗੇ ਕਾਰਟੂਨਿਸਟ ਵੀ ਰਹੇ ਹੋ, ਹੈ ਨਾ। ਬਹੁਤ ਸੋਹਣੀ ਤੁਸੀਂ ਪੇਂਟਿੰਗ ਕਰਦੇ ਹੋ ਜਿਹੜੀ ਮੈਂ ਸਮੇਂ-ਸਮੇਂ 'ਤੇ ਦੇਖਦੀ ਵੀ ਰਹਿੰਦੀ ਹਾਂ। ਇਹ ਸਾਰੀਆਂ ਕਲਾਵਾਂ ਵੀ ਉਦੋਂ ਤੋਂ ਹੀ ਨਾਲ ਚੱਲਦੀਆਂ ਆ ਰਹੀਆਂ ਨੇ ਜਦੋਂ ਤੋਂ ਕਵਿਤਾ ਲਿਖਣੀ ਸ਼ੁਰੂ ਕੀਤੀ? ਹਾਂ, ਮੈਨੂੰ ਇਹ ਕਵਿਤਾ ਦਾ ਹੀ ਰੂਪ ਲੱਗਦਾ ਆ ਕਿ ਕੋਈ ਕਿਤੇ ਤੁਸੀਂ ਬਾਹਰ ਫਿਰਦੇ ਤੁਰਦੇ ਹੋ ਤਾਂ ਤੁਹਾਡੇ ਕੋਲ ਕੈਮਰਾ ਆ ਤਾਂ ਤੁਸੀਂ ਕੈਮਰੇ ਨਾਲ ਕਵਿਤਾ ਕਰ ਸਕਦੇ ਹੋ, ਅਤੇ ਘਰ 'ਚ ਤੁਹਾਡੇ ਕੋਲ ਟਾਈਮ ਹੈਗਾ ਆ, ਸਾਧਨ ਹੈਗੇ ਆ ਤਾਂ ਤੁਸੀਂ ਰੰਗ ਨਾਲ ਕਰ ਸਕਦੇ ਹੋ, ਅਤੇ ਤੁਰਦੇ ਫਿਰਦੇ ਤੁਸੀਂ ਕਵਿਤਾ ਵੀ ਲਿਖ ਸਕਦੇ ਹੋ। ਅਤੇ ਸਾਰੀਆਂ ਇੱਕ ਦੂਜੇ ਨੂੰ ਸਪਲੀਮੈਂਟ ਹੀ ਕਰਦੀਆਂ, ਮਿਲੀਆਂ ਜੁਲੀਆਂ ਚੀਜ਼ਾਂ ਨੇ। ਅਤੇ ਕੋਈ ਚੀਜ਼ ਹੈ ਤੁਹਾਨੂੰ ਸ਼ਬਦ ਨਾਲ ਤੁਸੀਂ ਸੌਖੀ ਪ੍ਰਗਟਾ ਲੈਂਦੇ ਹੋ, ਕੋਈ ਰੰਗ ਨਾਲ ਸੌਖੀ ਪ੍ਰਗਟਾ ਲੈਂਦੇ ਹੋ, ਕੋਈ ਲਾਈਨਾਂ ਨਾਲ
ਪ੍ਰਗਟਾ ਲੈਂਦੇ ਇਹ ਇੰਨੀਆਂ ਵੱਖਰੀਆਂ ਵੱਖਰੀਆਂ ਨਹੀਂ ਚੀਜ਼ਾਂ। ਅਤੇ ਮੈਂ ਤਾਂ ਆਮ ਤੌਰ 'ਤੇ ਬੰਦੇ ਕਹਿੰਦੇ ਹੁੰਦੇ ਧਰਮ ਅਤੇ ਸਾਇੰਸ ਵੱਖਰੀਆਂ ਵੱਖਰੀਆਂ ਚੀਜ਼ਾਂ, ਮੈਂ ਕਹਿੰਦਾ ਉਹਨਾਂ ਨਹੀਂ, ਉਹ ਵੀ ਬਹੁਤ ਮਿਲਦੀਆਂ ਜੁਲਦੀਆਂ ਚੀਜ਼ਾਂ ਨੇ ਅਤੇ ਦੋਨਾਂ ਦਾ ਇੱਕੋ ਹੀ ਵਿਸ਼ਾ ਆ, ਦੋਨਾਂ ਦਾ ਸੱਚ ਨੂੰ ਜਾਣਨਾ, ਸੱਚ ਨੂੰ ਪ੍ਰਗਟ ਕਰਨਾ, ਦੋਹਾਂ ਦਾ ਵਿਸ਼ਾ, ਚਾਹੇ ਉਹ ਸਾਇੰਸ ਆ ਚਾਹੇ ਧਰਮ ਆ, ਅਤੇ ਉਹਨਾਂ ਦਾ ਮਿਲਣਾ ਬਹੁਤ ਜ਼ਰੂਰੀ ਆ। ਅਤੇ ਕਿ ਚੰਗੀਆਂ ਚੀਜ਼ਾਂ ਨੂੰ ਅੱਗੇ ਲਿਆਂਦਾ ਜਾਵੇ, ਮਨੁੱਖ ਦੇ ਕਲਿਆਣ ਵਾਲੀਆਂ ਚੀਜ਼ਾਂ ਨੂੰ ਲੱਭਿਆ ਜਾਵੇ, ਫੈਲਾਇਆ ਜਾਵੇ। ਇਹੀ ਧਰਮ ਦਾ ਵੀ ਇਹੀ ਮਨੋਰਥ ਹੈ ਅਤੇ ਵਿਗਿਆਨ ਦਾ ਵੀ ਇਹੀ ਮਨੋਰਥ ਹੋਣਾ ਚਾਹੀਦਾ। ਜੇ ਇੱਕ ਦੂਜੇ ਨਾਲ ਰਲ ਕੇ ਚੱਲਦੇ ਆ ਤਾਂ ਬੜਾ ਵਧੀਆ। ਹਾਂਜੀ, ਇੱਕ ਜਗ੍ਹਾ ਤੁਸੀਂ ਲਿਖਦੇ ਵੀ ਹੋ ਕਿ ਇੰਜੀਨੀਅਰਿੰਗ ਕਾਲਜ 'ਚ ਤੁਹਾਨੂੰ ਜਿਹੜੀ ਤੁਹਾਡੀ ਪੜ੍ਹਾਈ ਆ ਉਹ ਅੱਧੀ ਪੰਜਾਬੀ ਅਤੇ ਅੱਧੀ ਅੰਗਰੇਜ਼ੀ ਵਿੱਚ ਕਰਵਾਈ ਜਾਂਦੀ ਸੀ, ਹੈ ਨਾ, ਅਤੇ ਤੁਸੀਂ ਇੰਨੇ ਚੰਗੇ ਇੰਜੀਨੀਅਰ ਬਣ ਗਏ। ਜੇ ਕਿਤੇ ਸਾਇੰਸ ਆ ਜਿਹੜੀ ਉਹ ਪੰਜਾਬੀ 'ਚ ਪੜ੍ਹਾਈ ਜਾਣੀ ਚਾਹੀਦੀ ਆ। ਬਿਲਕੁਲ ਆ, ਬਿਲਕੁਲ। ਅਤੇ ਜਿੰਨੇ ਤੁਹਾਨੂੰ ਐਵੇਂ ਲੱਗੀ ਜਾਂਦਾ ਕਿ ਸਾਇੰਸ ਸ਼ਾਇਦ ਅੰਗਰੇਜ਼ੀ 'ਚ ਪੜ੍ਹਾਈ ਜਾਂਦੀ ਆ। ਸਾਰੇ ਯੂਰਪ ਦੇ ਵਿੱਚ ਜਿੰਨੇ ਨੋਬਲ ਮਿਲੇ ਆ ਅੰਗਰੇਜ਼ੀ ਵਾਲਿਆਂ ਨੂੰ ਬਹੁਤ ਘੱਟ ਮਿਲਿਆ। ਕੋਈ ਜਰਮਨ ਵਾਲਾ ਆ, ਕੋਈ ਫਰਾਂਸ ਵਾਲਾ ਆ, ਕੋਈ ਇਟਲੀ ਦਾ ਆ। ਇਹਨਾਂ ਨੇ ਆਪੋ ਆਪਣੀ, ਚਾਹੇ ਜਾਪਾਨ ਵਾਲੇ ਆ, ਚਾਹੇ ਚੀਨ ਵਾਲੇ ਲੋਕ ਵੀ ਆ, ਇਹ ਆਪੋ ਆਪਣੀ ਬੋਲੀ 'ਚ ਇਹਨਾਂ ਨੇ ਸਾਇੰਸ 'ਚ ਤਰੱਕੀ ਕੀਤੀ ਆ, ਆਪੋ ਆਪਣੀ ਬੋਲੀ 'ਚ ਇਹਨਾਂ ਨੇ ਸਾਇੰਸ ਨੂੰ ਸਮਝਿਆ ਆ। ਅਤੇ ਸਾਨੂੰ ਪਤਾ ਨਹੀਂ ਕਦੋਂ ਭੁਲੇਖਾ ਲੱਗ ਗਿਆ ਇਹ। ਅਤੇ ਕੋਈ ਵੀ ਚੀਜ਼ ਤੁਹਾਡੇ ਮਨ ਦਾ ਹਿੱਸਾ ਉਦੋਂ ਹੀ ਵਧੀਆ ਬਣਦੀ ਜਿਹੜੀ ਤੁਸੀਂ ਆਪਣੀ ਮਾਤ ਭਾਸ਼ਾ 'ਚ ਸਿੱਖਦੇ ਹੋ। ਅਦਰਵਾਈਜ਼ ਤੁਸੀਂ ਰੱਟਾ ਲਾ ਸਕਦੇ ਹੋ, ਚੇਤੇ ਕਰ ਸਕਦੇ ਹੋ, ਤੁਹਾਡੇ ਅਵਚੇਤਨ ਦਾ, ਤੁਹਾਡੇ ਚਿੱਤ ਦਾ ਹਿੱਸਾ ਨਹੀਂ ਬਣਦੀ। ਹੁਣ ਤਾਂ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਬਹੁਤ ਪੜ੍ਹੇ ਲਿਖੇ ਬੰਦੇ, ਸਾਇੰਸ ਦੀਆਂ 16 ਜਮਾਤਾਂ ਪੜ੍ਹੇ ਬੰਦੇ ਵਹਿਮ ਭਰਮ ਕਰੀ ਜਾਂਦੇ ਆ, ਕਿਉਂਕਿ ਵਹਿਮ ਭਰਮ ਉਹਨਾਂ ਦੇ ਚਿੱਤ ਦਾ ਹਿੱਸਾ ਬਣ ਗਿਆ। ਉਹ ਨਹੀਂ ਆਪਣੀ ਮਾਤ ਭਾਸ਼ਾ 'ਚ ਸਿੱਖਿਆ। ਅਤੇ ਸਾਇੰਸ ਉਹਨਾਂ ਨੇ ਬੇਗਾਨੀ ਭਾਸ਼ਾ 'ਚ ਸਿੱਖੀ ਆ, ਉਹ 'ਚ ਪੇਪਰ ਪਾਸ ਕਰ ਲਿਆ, ਛੁੱਟੀ, ਗੱਲ ਖਤਮ। ਅਤੇ ਇਹ ਹੋਣੀ ਚਾਹੀਦੀ ਆ। ਜੇ ਤੁਸੀਂ ਆਪਣੇ ਲੋਕਾਂ ਦਾ ਨਜ਼ਰੀਆ ਵਿਗਿਆਨਕ ਬਣਾਉਣਾ ਆ ਤਾਂ ਤੁਹਾਨੂੰ ਆਪਣੀ ਬੋਲੀ 'ਚ ਦੇਣਾ ਪਊਗਾ, ਜਿਵੇਂ ਯੂਰਪ ਨੇ, ਸਾਰੇ ਯੂਰਪ ਨੇ ਕੀਤਾ। ਹਾਂਜੀ ਸਰ, ਆਖਰੀ 2 ਸਵਾਲ ਮੈਂ ਜਲਦੀ ਪੁੱਛਣਾ ਚਾਹੂੰਗੀ। ਤੁਸੀਂ ਲਿਖਦੇ ਹੋ ਕਿ ਉਹ ਸਨਮਾਨ ਜਿਹੜਾ ਤੁਸੀਂ ਡਿਜ਼ਰਵ ਕਰਦੇ ਹੋ, ਜਿੱਡਾ ਤੁਹਾਡਾ ਕੱਦ ਹੁੰਦਾ, ਤੁਹਾਨੂੰ ਨਾ ਮਿਲੇ ਤਾਂ ਉਹਦਾ ਕੋਈ ਨੁਕਸਾਨ ਨਹੀਂ, ਪਰ ਜੇਕਰ ਉਹ ਸਨਮਾਨ ਮਿਲ ਜਾਂਦਾ ਜਿਹਨੂੰ ਤੁਸੀਂ ਡਿਜ਼ਰਵ ਨਹੀਂ ਕਰਦੇ ਤਾਂ ਤੁਸੀਂ ਉਸ ਸਨਮਾਨ ਦਾ ਕੱਦ ਵੀ ਹੈ ਜਿਹੜਾ ਛੋਟਾ ਕਰ ਦਿੰਦੇ ਹੋ, ਹੈ ਨਾ। ਅੱਜ ਕੱਲ੍ਹ ਜੇ ਮੈਂ ਸਾਹਿਤ ਦੀ ਗੱਲ ਕਰਾਂ ਤਾਂ ਉਹ ਲੋਕ ਸਨਮਾਨ ਲੈ ਰਹੇ ਨੇ ਜਿਹੜੇ ਡਿਜ਼ਰਵਿੰਗ ਨਹੀਂ ਹੈਗੇ, ਹੈ ਨਾ। ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਦੀ ਸਾਹਿਤਕ ਕਿਰਤ ਉਸ ਤੋਂ ਵੀ ਵੱਡੀ ਹੈ, ਚਾਹੇ ਉਹ ਚੇਅਰਮੈਨੀਆਂ ਹੋਣ, ਚਾਹੇ ਉਹ ਸਨਮਾਨ ਹੋਣ ਜਿਨ੍ਹਾਂ ਦੀ ਹਰ ਇੱਕ ਚੰਗੇ ਲੇਖਕ ਨੂੰ ਰੀਝ ਹੈ ਨਾ। ਇਹਨਾਂ ਚੀਜ਼ਾਂ ਬਾਰੇ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਕਿ ਸਾਹਿਤ ਦੇ ਵਿੱਚ ਵੀ ਨਿਘਾਰ ਆ ਰਿਹਾ, ਸਾਹਿਤ ਨੂੰ ਚੁਣਨ ਵਾਲੇ ਲੋਕਾਂ ਦੇ ਵਿੱਚ ਵੀ ਨਿਘਾਰ ਆ ਰਿਹਾ? ਕੋਈ ਐਡੀ ਦਿਲ 'ਤੇ ਲਾਉਣ ਵਾਲੀ ਗੱਲ ਨਹੀਂ ਹੁੰਦੀ ਇਹ। ਅਸਲ 'ਚ ਅਸੀਂ ਜ਼ਿਆਦਾ ਇਹਨਾਂ ਗੱਲਾਂ ਨੂੰ ਲੈ ਕੇ ਪਰੇਸ਼ਾਨ ਹੋਣ ਲੈਂਦੇ, ਅਸੀਂ ਉਹਨਾਂ 'ਚ ਸ਼ਾਮਿਲ ਹੋ ਜਾਂਦੇ ਹੁੰਦੇ ਹਾਂ। ਅਤੇ ਜਦ ਫਰਕ ਹੀ ਕੋਈ ਨਹੀਂ ਪੈਂਦਾ ਫਿਰ ਆਪਾਂ ਇਹਦੇ ਲਈ ਚਿੰਤਨ ਵੀ ਕਾਹਦੇ ਲਈ ਕਰਨਾ, ਜਦ ਪਤਾ ਕਿ ਜੇ ਬੰਦਾ ਛੋਟਾ ਵੱਡਾ ਸਨਮਾਨ ਦੇਣਾ ਵੱਡਾ ਨਹੀਂ ਹੁੰਦਾ, ਫਿਰ ਆਪਾਂ ਨੂੰ ਪਰੇਸ਼ਾਨ ਹੋਣ ਦੀ ਕੀ ਲੋੜ ਆ। ਅਤੇ ਜਾਂ ਨਾ ਮਿਲਣ ਨਾਲ ਬੰਦਾ ਛੋਟਾ ਨਹੀਂ ਹੁੰਦਾ, ਅਤੇ ਫਿਰ ਨਾ ਮਿਲਣ 'ਤੇ ਵੀ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਅਤੇ ਜੇ ਅਸੀਂ ਦੋਨਾਂ ਗੱਲਾਂ 'ਚ ਪਰੇਸ਼ਾਨ ਹੁੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਕਹਿੰਦੇ ਉੱਪਰੋਂ ਕਹਿੰਦੇ ਹਾਂ, ਵਿੱਚੋਂ ਤਾਂ ਅਸੀਂ ਵੀ ਇਹੋ ਜਿਹੇ ਹੀ ਹਾਂ। ਅਤੇ ਇਸ ਕਰਕੇ ਮੈਂ ਬਹੁਤਾ ਨਹੀਂ ਨਾ ਇਹਦੇ 'ਤੇ ਫੋਕਸ ਨਹੀਂ ਕਰਦਾ। ਤੁਹਾਡੇ ਚਿਹਰੇ 'ਤੇ ਹਾਸਾ ਦੇਖ ਕੇ ਮੈਨੂੰ ਬੜਾ ਚੰਗਾ ਲੱਗ ਰਿਹਾ। ਹੁਣ ਮੈਂ ਆਖਰੀ ਸਵਾਲ ਆ ਜਿਹੜਾ ਇੱਕ ਹੱਸਣ ਵਾਲਾ ਹੀ ਤੁਹਾਨੂੰ ਪੁੱਛਦੀ ਹਾਂ ਕਿ ਕਹਿੰਦੇ ਨੇ ਲੇਖਕਾਂ ਨਾਲ ਰਹਿਣਾ ਬਹੁਤ ਔਖਾ, ਹੈ ਨਾ। ਖਾਸ ਤੌਰ 'ਤੇ ਇੱਕ ਕਵੀ ਨਾਲ ਤਾਂ ਉਸ ਤੋਂ ਵੀ ਜ਼ਿਆਦਾ ਔਖਾ, ਕਿਉਂਕਿ ਇੰਨੇ ਜ਼ਿਆਦਾ ਚੁਟਕਲੇ ਬਣੇ ਹੋਏ ਨੇ ਕਵੀਆਂ 'ਤੇ, ਹੈ ਨਾ। ਵੀ ਕਹਿ ਦਿੰਦੇ ਨੇ ਵੀ ਇੱਕ ਮਹਿਫਿਲ ਦੇ ਵਿੱਚ ਕਵੀ ਬੈਠੇ ਸੀ ਅਤੇ ਮੇਜ਼ ਆ ਜਿਹੜਾ ਉਹ ਥੋੜ੍ਹਾ ਜਿਹਾ ਉੱਚਾ ਨੀਵਾਂ ਹੋ ਰਿਹਾ ਸੀ, ਤਾਂ ਦੂਜਾ ਕਵੀ ਉਹਨੂੰ ਕਹਿੰਦਾ ਵੀ ਦੱਸ ਤੇਰੇ ਕੋਲ ਕਵਿਤਾਵਾਂ ਅਤੇ ਗਜ਼ਲਾਂ ਕਿੰਨੀਆਂ ਲਿਖੀਆਂ ਹੋਈਆਂ ਨੇ। ਉਹ ਕਹਿੰਦੇ ਵੀ ਹੈਗੀਆਂ ਨੇ ਥੋੜ੍ਹੀਆਂ ਜਿਹੀਆਂ। ਕਹਿੰਦਾ ਲਿਆ ਫਿਰ ਮੇਜ਼ ਦੇ ਥੱਲੇ ਦੇਈਏ, ਹਿੱਲਦਾ ਪਿਆ ਹੈ ਨਾ। ਮਤਲਬ ਇਹੋ ਜਿਹੇ ਜਿਹੜੇ ਵਿਅੰਗ ਨੇ ਉਹ ਕਵੀਆਂ 'ਤੇ। ਤੁਹਾਡਾ ਸਫ਼ਰ ਆ ਜਿਹੜਾ ਮੈਮ ਨਾਲ ਤਕਰੀਬਨ, ਮੈਨੂੰ ਇੱਕ ਚੁਟਕਲਾ ਯਾਦ ਆ ਗਿਆ ਜਿਹੜਾ ਅਸੀਂ ਕਾਲਜ ਟਾਈਮ 'ਤੇ ਸੁਣਾਉਂਦੇ ਹੁੰਦੇ ਸੀ ਕਵੀ। ਬਿਲਕੁਲ ਕਿਉਂਕਿ ਅਮਲੀਆਂ ਦੇ ਚੁਟਕਲੇ ਬਹੁਤ ਹੁੰਦੇ ਆ, ਹੈ ਨਾ, ਕਵੀਆਂ ਦੇ ਚੁਟਕਲੇ ਵੀ ਬਹੁਤ ਆ। ਅਤੇ ਉਹ ਕਵੀ ਬਾਰੇ ਚੁਟਕਲਾ ਕਹਿੰਦੇ ਸੀ ਵੀ ਕਵੀ ਦਾ ਵਿਆਹ ਹੋਇਆ ਨਵਾਂ ਅਤੇ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਪਹਿਲੇ ਦਿਨ ਹੀ, ਹੈ ਨਾ, ਉਹਨੂੰ ਦੇਖਣ ਸਾਰ ਕਿ ਮੇਰੀ ਕਵਿਤਾ ਤੂੰ, ਮੇਰੀ ਨਜ਼ਮ ਤੂੰ, ਮੇਰੀ ਗਜ਼ਲ ਤੂੰ, ਮੇਰੀ ਨਸਰ ਤੂੰ। ਅਤੇ ਉਹ ਕਵੀ, ਉਹ ਔਰਤ ਸੋਚਦੀ ਆ ਵੀ ਸ਼ਾਇਦ ਇਹਦੀ ਜ਼ਿੰਦਗੀ 'ਚ ਕੁੜੀਆਂ ਆਈਆਂ ਹੋਣੀਆਂ ਉਹਨਾਂ ਦੇ ਨਾਮ ਆ। ਅਤੇ ਉਹ ਬੜੇ ਕੌਨਫੀਡੈਂਸ ਨਾਲ ਕਹਿੰਦੀ ਮੇਰਾ ਵੀ ਸੰਤਾ ਤੂੰ, ਬੰਤਾ ਤੂੰ, ਮੱਗਰ ਤੂੰ। ਅਤੇ ਕੋਈ ਗੱਲ ਨਹੀਂ ਹੈ। ਅਤੇ ਕਿਵੇਂ ਦਾ ਰਿਹਾ ਮੈਮ ਨਾਲ ਤੁਹਾਡਾ ਸਫ਼ਰ ਆ ਜਿਹੜਾ? ਹਾਂ ਠੀਕ ਰਿਹਾ ਜੀ, ਵਧੀਆ। ਵਧੀਆ ਕੱਟ ਰਹੇ ਨੇ ਮੇਰੇ ਨਾਲ। ਉਹਨੇ ਕਦੇ ਬਾਹਲਾ ਪਛਤਾਵਾ ਕੀਤਾ ਨਹੀਂ, ਇਹਦਾ ਮਤਲਬ ਠੀਕ ਹੀ ਹੋਣੇ ਆ। ਹਾਂਜੀ, ਨਹੀਂ ਸਰ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸੇ ਤਰੀਕੇ ਨਾਲ, ਹੈ ਨਾ, ਸਮਾਜ ਨੂੰ ਵੀ ਸੇਧ ਦਿੰਦੇ ਰਹੋ ਅਤੇ ਜਿਹੜਾ ਪਰਿਵਾਰ ਨਾਲ ਜਿਹੜਾ ਤੁਹਾਡਾ ਇਸ ਤਰੀਕੇ ਦਾ ਪਿਆਰ ਹੈ ਜਾਂ ਇਸ ਤਰੀਕੇ ਦਾ ਤੁਹਾਡਾ ਰਿਸ਼ਤਾ ਜਿਹੜਾ ਹਮੇਸ਼ਾ ਹੀ ਇੱਦਾਂ ਚੱਲਣਾ ਚਾਹੀਦਾ। ਫਿਰ ਤੋਂ ਇੱਕ ਵਾਰ ਮੈਂ ਧੰਨਵਾਦ ਕਰੂੰਗੀ ਕਿ
ਬਹੁਤ ਸਾਰੇ ਲੋਕ ਹੁੰਦੇ ਆ ਜੋ ਲਿਖਦੇ ਹੋਰ ਹੁੰਦੇ ਆ ਤੇ ਦਿਸਦੇ ਹੋਰ ਹੁੰਦੇ ਆ, ਪਰ ਇੱਕ ਘਟਨਾ ਨੇ ਸ਼ਾਇਦ ਤੁਹਾਡੀ ਪੂਰੀ ਜ਼ਿੰਦਗੀ ਦੀ ਇਮੇਜ ਆ ਜਿਹੜੀ ਲੋਕਾਂ ਦੇ ਵਿੱਚ ਬਹੁਤ ਸੋਹਣੀ ਬਣਾਈ ਆ। ਤੇ ਪਰਮਾਤਮਾ ਕਰੇ ਇਸੇ ਤਰ੍ਹਾਂ ਚੱਲਦੀ ਰਹੇ। ਤੁਹਾਡਾ ਜਿਹੜਾ ਨੌਕਰੀ ਦਾ ਜਿਹੜਾ ਹੈ ਨਾ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਤੁਸੀਂ ਇਸੇ ਇਮਾਨਦਾਰੀ ਨਾਲ ਇਸੇ ਤਰ੍ਹਾਂ ਆਪਣਾ ਕਿੱਤਾ ਕਰਦੇ ਰਹੋ ਤੇ ਤੁਹਾਡੀ ਲੰਮੀ ਉਮਰ ਲਈ ਦੁਆਵਾਂ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਬਹੁਤ ਉਚੇਚਾ ਚੱਲ ਕੇ ਆਏ ਤੇ ਤੁਹਾਡੇ ਸਵਾਲਾਂ ਦੇ ਹਵਾਲੇ ਨਾਲ ਮੈਨੂੰ ਕੋਈ ਗੱਲਾਂ ਕਰਨ ਦਾ ਮੌਕਾ ਮਿਲਿਆ। ਤੇ ਵੈਸੇ ਤੁਸੀਂ ਮੇਰੇ ਨਾਲੋਂ ਆਪ ਜ਼ਿਆਦਾ ਵਧੀਆ ਗੱਲਾਂ ਕੀਤੀਆਂ, ਮੇਰਾ ਜੀ ਕਰਦਾ ਸੀ ਤੁਹਾਨੂੰ ਸੁਣੀਏ ਅਸੀਂ। ਥੈਂਕ ਯੂ। ਤੇ ਪਰ ਇਸ ਆਦਾਨ ਪ੍ਰਦਾਨ ਲਈ ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ। ਸਤਿ ਸ਼੍ਰੀ ਅਕਾਲ।